ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। चिंता लाहे हमारी, वेद किताब इफ्तरा पहाई, दिल का फिक्र न जाए। टुक दम करारी जो करो, हाजर हजूर खुदाए। बंदे खोज दिल हर रोज, ना फिर परेशानी माहे। यह जो दुनिया शहर मेला, दस्तगीरी नाहे। बेसुमार अथाह अगनत तोलै, जो बुलावो त्यो नानक दास बोले। सतनाम वाहिगुरु साहिब जी। कबीर गंगा तीर जो घर करहे, पीवहे निर्मल नीर। बिनु हारे भगत ना मुक्त होए, यो कह रमे कबीर। कबीर मन निर्मल पया, जैसा गंगा नीर। पाशै लागो हर फिरै, कहत कबीर कबीर। कबीर हर दी पियारी, चूना उजल भाय। राम स्नेही तो मिलै, दोनों बरन गवाए। कबीर हर दी पीरतन हरै, चून चिहन ना रहाय। बलिहारी यह प्रीत कौ, जिह जात बरन कुल जाय। बलिहारी यह प्रीत कौ, जिह जात बरन कुल जाय। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वत्सल किरपा निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, अथाह दया बख्शिश है, जो आप सब गुरसिख सतसंगी जन सतगुरु की पावन पवित्र हजूरी दे विच सतसंगत रूप विच जुड़ बैठ के सतगुरु की बख्शिश नूं कीर्तन के माध्यम द्वारा मानण दा प्राप्त करन दा यतन कर रहे सी।
ਸਤ ਸੰਗਤ ਰੂਪ ਵਿੱਚ ਜੁੜ ਕੇ ਆਪਣੇ ਮਨ, ਬੁੱਧ, ਚਿੱਤ, ਸੁਰਤ ਅਤੇ ਸਮੁੱਚੇ ਜੀਵਨ ਦੀ ਨਿਰਮਲ ਘਾੜਤ ਕੱਢਣ ਦਾ ਯਤਨ ਕਰ ਰਹੇ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਰਚਿਤ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਸੀ। ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਲੋਕਾਂ ਦੀ ਪਾਵਨ ਲੜੀਵਾਰ ਕਥਾ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਗੰਗਾ ਤੀਰ ਜੋ ਘਰ ਕਰਹਿ, ਪੀਵਹਿ ਨਿਰਮਲ ਨੀਰ। ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਪ੍ਰਭੂ ਮਾਰਗ 'ਤੇ ਚੱਲਣਾ ਹੈ। ਅਗਰ ਜੀਵਨ ਦੇ ਵਿੱਚ ਕੁਝ ਵਿਪਰੀਤ ਜਾਂ ਅਣਅਨੁਕੂਲ ਹਾਲਾਤਾਂ ਦਾ ਸਾਹਮਣਾ ਕਰਨਾ ਪਏ ਤਾਂ ਵੀ ਉਹ ਮਨੁੱਖ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਥੋੜ੍ਹੇ ਜਿਹੇ ਸਮੇਂ ਦਾ ਵਿਪਰੀਤ ਹਾਲਾਤਾਂ ਦਾ ਸਾਹਮਣਾ ਆ ਜੀਵਨ ਭਰ ਦਾ ਲੋਕ ਪਰਲੋਕ ਦਾ ਜਿਹੜਾ ਸੁੱਖ ਹੈ ਉਸ ਦੀ ਬਖਸ਼ਿਸ਼ ਕਰਦਾ ਹੈ। ਇਸੇ ਪ੍ਰਕਾਰ ਜੀਵਨ ਦੇ ਵਿੱਚ ਗੁਰਮੁਖਾਂ ਵਰਗੀ ਉੱਤਮਤਾ ਧਾਰਨ ਕਰਨੀ ਚਾਹੀਦੀ ਹੈ, ਨਾ ਕਿ ਮਨਮੁਖਾਂ ਵਰਗੀ ਜੀਵਨ ਦੇ ਨਿਵਾਣ ਦੇ ਪੱਖ ਨੂੰ ਗ੍ਰਹਿਣ ਕਰਨਾ ਚਾਹੀਦਾ। ਅੰਤਮ ਸ਼ਲੋਕ ਵਿੱਚ ਬਖਸ਼ਿਸ਼ ਸੀ, ਕਬੀਰ ਬੈਸਨੋਂ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ। ਭਾਵ ਕਿ ਜਿਹੜਾ ਮਨਮੁਖੀ ਜੀਵਨ ਹੈ ਉਹ ਭਾਵੇਂ ਮਨੁੱਖ ਦਾ ਹੀ ਹੋਵੇ, ਪਰ ਉਹ ਪਸ਼ੂ ਤੋਂ ਵੀ, ਜਾਨਵਰ ਤੋਂ ਵੀ ਹੀਣਾ ਹੁੰਦਾ ਹੈ। ਅਤੇ ਜੇ ਥੋੜ੍ਹਾ ਬੰਦਗੀ ਮਾਰਗ ਵਾਲੇ ਪਾਸੇ ਧਿਆਨ ਹੈ, ਯਤਨ ਹੈ, ਤਾਂ ਉਹ ਜੀਵਨ ਬੜੇ ਪ੍ਰਕਾਰ ਕਰਕੇ ਸ਼੍ਰੇਸ਼ਟ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ ਹਨ। ਕਬੀਰ ਗੰਗਾ ਤੀਰ ਜੋ ਘਰ ਕਰਹਿ, ਪੀਵਹਿ ਨਿਰਮਲ ਨੀਰ। ਇਸ ਸ਼ਲੋਕ ਨੂੰ ਜੇ ਅਸੀਂ ਇਤਿਹਾਸਕ ਪਰਿਸਥਿਤੀਆਂ ਦੇ ਸਨਮੁਖ ਰੱਖ ਕੇ ਦੇਖੀਏ ਤਾਂ ਜਿਸ ਸਦੀ ਦੇ ਵਿੱਚ 14ਵੀਂ 15ਵੀਂ ਸਦੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਵਿਚਰਦੇ ਸਨ, ਉਸ ਸਦੀ ਦੇ ਵਿੱਚ ਲੋਕਾਂ ਦੇ ਅੰਦਰ ਧਰਮ ਕਮਾਉਣ ਦੀ ਇੱਕ ਵਿਸ਼ੇਸ਼ ਇੱਛਾ ਹੁੰਦੀ ਸੀ ਕਿ ਧਰਮੀ ਹੋਇਆ ਜਾਵੇ। ਹੁਣ ਇਹ ਜਿਹੜੀ ਇੱਛਾ ਹੈ ਲੋਕਾਂ ਦੀ ਬੜੀ ਮੱਧਮ ਪੈ ਗਈ ਹੈ। ਉਦੋਂ ਹਰੇਕ ਵਰਣ ਦਾ ਲੋਕ, ਚਾਹੇ ਉਹ ਖੱਤਰੀ ਵਰਣ 'ਚ ਸੀ, ਚਾਹੇ ਉਹ ਸ਼ੂਦਰ ਵਰਣ 'ਚ ਸੀ, ਚਾਹੇ ਬ੍ਰਾਹਮਣ ਵਰਣ 'ਚ ਸੀ, ਤਾਂ ਉਹ ਜੀਵਨ ਦਾ ਇੱਕ ਖਾਸ ਹਿੱਸਾ ਮੰਨਦਾ ਸੀ ਕਿ ਠੀਕ ਹੈ, ਦੁਨਿਆਵੀ ਧੰਦੇ, ਸੰਸਾਰਿਕ ਜਿਹੜੀ ਭਟਕਣ ਹੈ, ਭੱਜ ਦੌੜ ਹੈ, ਉਹਨੂੰ ਜੀਵਨ ਦਾ ਬੜਾ ਸਾਰਾ ਹਿੱਸਾ ਦੇ ਲਿਆ ਹੈ। ਫਿਰ ਵੀ ਕੁਝ ਕੁ ਸਾਲ ਉਹ ਧਰਮ ਦੀ ਸਾਧਨਾ ਦੇ ਲਈ ਇੱਕ ਰਾਖਵੇਂ ਰੱਖਦਾ ਸੀ ਔਰ ਬਾਕਾਇਦਾ ਯਤਨ ਵੀ ਕਰਦਾ ਸੀ। ਉਸੇ ਯਤਨ ਦੇ ਵਿੱਚ ਕੀ ਕੀਤਾ ਜਾਂਦਾ ਸੀ ਕਿ ਅੰਤਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੀ ਸੰਪੱਤੀ ਆਦਿਕ ਜਿਤਨੀ ਕੁ ਧੀਆਂ ਪੁੱਤਰਾਂ ਨੂੰ ਸੌਂਪ ਕੇ ਬਾਕੀ ਕੁਝ ਆਪਣੇ ਜੀਵਨ ਗੁਜ਼ਰ ਬਸਰ ਦੇ ਲਈ ਨਾਲ ਲੈ ਕੇ ਅਤੇ ਗੰਗਾ ਦੇ ਜਾਂ ਤੀਰਥ ਸਥਾਨਾਂ ਦੇ ਕਿਨਾਰਿਆਂ 'ਤੇ ਜਾ ਕੇ ਵਸ ਜਾਂਦੇ ਸਨ ਅਤੇ ਉੱਥੇ ਆਪਣੇ ਧਰਮ ਦੇ ਅਨੁਸ਼ਠਾਨ ਕਰਦੇ ਸਨ। ਪੂਜਾ ਅਰਚਨਾ ਦੇ, ਇਸ਼ਨਾਨ ਆਦਿਕ ਦੇ, ਸਮਾਧੀ ਆਦਿਕ ਦੇ ਕਰਮ ਕਰਕੇ ਅਤੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਦੇ ਸਨ, ਮੁਕਤੀ ਦੀ ਪ੍ਰਾਪਤੀ ਦਾ ਉਦਮ ਕਰਦੇ ਸਨ। ਤਾਂ ਭਗਤ ਕਬੀਰ ਸਾਹਿਬ ਜੀ ਉਹਨਾਂ ਇਸੇ ਸ਼ਲੋਕ ਵਿੱਚ ਉਹ ਲੋਕ ਜਿਹੜੇ ਸਮਝਦੇ ਹਨ ਕਿ ਗੰਗਾ ਪਵਿੱਤਰ ਤੀਰਥ ਹੈ, ਨਦੀ ਹੈ, ਅਗਰ ਉਹਦੇ ਕਿਨਾਰੇ ਵਾਸ ਰੱਖਿਆ ਜਾਵੇ, ਉਹਦੇ ਕਿਨਾਰੇ ਘਰ ਬਣਾ ਲਿਆ ਜਾਵੇ, ਉਹਦੇ ਕੰਢੇ 'ਤੇ ਰਹਿ ਕੇ ਜੀਵਨ ਗੁਜ਼ਾਰਿਆ ਜਾਵੇ ਤਾਂ ਮੁਕਤੀ ਹੋ ਜਾਵੇਗੀ। ਤਾਂ ਭਗਤ ਕਬੀਰ ਸਾਹਿਬ ਜੀ ਇਸ ਵਿਚਾਰ ਨੂੰ ਅਧੂਰਾ ਆਖਦਿਆਂ ਹੋਇਆਂ ਇਸ ਪ੍ਰਕਾਰ ਫਰਮਾਉਂਦੇ ਹਨ, ਕਬੀਰ ਗੰਗਾ ਤੀਰ ਜੋ ਘਰ ਕਰਹਿ, ਪੀਵਹਿ ਨਿਰਮਲ ਨੀਰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਕੋਈ ਇਨਸਾਨ ਮੁਕਤੀ ਦੀ ਪ੍ਰਾਪਤੀ ਦੇ ਲਈ, ਧਰਮ ਦੀ ਸਾਧਨਾ ਦੇ ਲਈ ਜਾਂ ਆਪਣੇ ਜੀਵਨ ਨੂੰ ਸੰਪੂਰਨ ਰੂਪ ਦੇ ਵਿੱਚ ਨਿਰਮਲ ਕਰਕੇ ਪ੍ਰਭੂ ਵਿੱਚ ਅਭੇਦ ਕਰਨ ਦੇ ਲਈ ਗੰਗਾ ਦੇ ਕਿਨਾਰੇ 'ਤੇ ਵਸ ਵੀ ਜਾਵੇ
ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੰਨਾ ਕੁ ਹੀ ਪ੍ਰਾਪਤ ਹੋ ਸਕਦਾ ਹੈ, ਪੀਵਹਿ ਨਿਰਮਲ ਨੀਰ, ਕਿ ਉਹਨੂੰ ਪੀਣ ਨੂੰ ਚੰਗਾ ਜਲ ਪ੍ਰਾਪਤ ਹੋ ਸਕਦਾ ਹੈ। ਬੜਾ ਨਿਰਮਲ ਜਲ ਹੈ। ਗੰਗਾ ਜਲ ਨੂੰ ਵੈਸੇ ਹੀ ਉੱਤਮ ਮੰਨਿਆ ਜਾਂਦਾ ਹੈ। ਸਨਾਤਨ ਮਤ ਵਾਲੇ ਜਿਹੜੇ ਲੋਕ ਹਨ ਉਹਨਾਂ 'ਚ ਅੱਜ ਵੀ ਇਹ ਵਿਸ਼ਵਾਸ ਹੈ ਕਿ ਉਹ ਜਦ ਕਦੇ ਆਪਣੇ ਘਰ ਦੇ ਵਿੱਚ ਗੰਗਾ ਜਲ ਰੱਖਦੇ ਨੇ, ਕੋਈ ਪ੍ਰਾਣੀ ਬਿਮਾਰ ਹੋਵੇ ਜਾਂ ਚੜ੍ਹਾਈ ਕਰਨ ਲੱਗੇ ਤਾਂ ਉਹਦੇ ਮੁੱਖ ਵਿੱਚ ਪਾਉਣਾ ਉਹ ਬੜਾ ਚੰਗਾ ਸਮਝਦੇ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਵਹਿ ਨਿਰਮਲ ਨੀਰ, ਗੰਗਾ ਦੇ ਕਿਨਾਰੇ ਵੱਧ ਤੋਂ ਵੱਧ ਰਹਿ ਕੇ ਨਿਰਮਲ ਜਲ ਵਿੱਚ ਇਸ਼ਨਾਨ ਕਰ ਸਕਦਾ ਹੈ, ਨਿਰਮਲ ਜਲ ਪੀ ਸਕਦਾ ਹੈ। ਪਰ ਯਾਦ ਰੱਖਣ ਯੋਗ ਗੱਲ ਹੈ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਪਰ ਕਹਿੰਦੇ ਬਿਨਾਂ ਅੰਤਰ ਮਨ ਦੇ ਸਾਧਨਾ ਕੀਤਿਆਂ, ਆਪਣੇ ਸਮੁੱਚੇ ਜੀਵਨ ਨੂੰ ਬੰਦਗੀ ਦੇ ਨੇਮ ਵਿੱਚ ਢਾਲ ਕੇ ਯਤਨ ਕੀਤਿਆਂ, ਮੁਕਤੀ ਦਾ ਕਾਰਜ ਸੰਭਵ ਹੋਣ ਵਾਲਾ ਨਹੀਂ ਹੈ, ਇਉਂ ਕਹਿ ਰਮੇ ਕਬੀਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਗੱਲ ਆਖ ਕੇ ਅਸੀਂ ਮੁੜ ਪ੍ਰਭੂ ਦੀ ਯਾਦ ਵਿੱਚ ਰਮੇ ਭਾਵ ਲੀਨ ਹਾਂ। ਹੁਣ ਇਸ ਸਲੋਕ ਨੂੰ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਕਬੀਰ ਗੰਗਾ ਤੀਰ। ਤੀਰ ਦਾ ਅਰਥ ਹੁੰਦਾ ਕੰਢਾ। ਹੁਣ ਗੰਗਾ ਆਪਣੇ ਆਪ ਦੇ ਵਿੱਚ ਇੱਕ ਉੱਤਮ ਤੀਰਥ ਹੈ, ਬੜੇ ਲੋਕਾਂ ਦੀ ਆਸਥਾ ਜੁੜੀ ਹੈ, ਬੜੇ ਉਹਦੀ ਪੂਜਾ ਅਰਚਨਾ ਕਰਕੇ, ਉੱਥੋਂ ਦੀ ਯਾਤਰਾ ਕਰਕੇ, ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਧੰਨ ਸਮਝਦੇ ਹਨ। ਇਹ ਇੱਕ ਪੱਖ ਹੈ। ਦੂਜਾ ਪੱਖ ਹੈ ਕਿ ਹੁਣ ਗੰਗਾ ਦੀ ਆਪਣੇ ਆਪ ਦੇ ਵਿੱਚ ਮਹੱਤਤਾ ਹੈ। ਕੋਈ ਮਨੁੱਖ ਕੇਵਲ ਉੱਥੇ ਜਾ ਕੇ ਉਹਦੇ ਨੇੜੇ ਬੈਠਣ ਦੇ ਨਾਲ ਹੀ ਆਪਣੇ ਆਪ ਨੂੰ ਮੁਕਤ ਸਮਝਣ ਲੱਗ ਪਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਸੰਭਵ ਨਹੀਂ। ਕਿਉਂ? ਕਿਉਂਕਿ ਜਲ ਦੀ ਜਿਹੜੀ ਸਮਰੱਥਾ ਹੈ ਉਹ ਹੈ ਤੇਰੇ ਤਨ ਤੱਕ। ਜਲ ਦੀ ਸਮਰੱਥਾ ਤੇਰੇ ਤਨ ਤੱਕ ਹੈ। ਅਗਰ ਤੇਰੇ ਤਨ ਦੇ ਉੱਪਰ ਲੱਗੇਗਾ ਤੇਰੇ ਤਨ ਦੀ ਮੈਲ ਉਤਾਰ ਦੇਗਾ। ਅਗਰ ਜਲ ਰੂਪ ਦੇ ਵਿੱਚ ਤੇਰੇ ਸਰੀਰ ਵਿੱਚ ਜਾਏਗਾ ਅਤੇ ਤੇਰੇ ਸਰੀਰ ਦੀ, ਤੇਰੇ ਅੰਤਰ ਦੀ ਪਿਆਸ ਬੁਝਾ ਦੇਗਾ। ਜਲ ਦਾ ਕਾਰਜ ਇੱਥੋਂ ਤੱਕ ਹੈ। ਤਾਂ ਇਸੇ ਪ੍ਰਕਾਰ ਹੁਣ ਜਲ ਦਾ ਕਾਰਜ ਇੱਥੋਂ ਤੱਕ ਹੈ। ਜਲ ਇਹੀ ਕੁਝ ਕਰ ਸਕਦਾ ਹੈ, ਪਰ ਹੁਣ ਸਰੀਰ ਨੂੰ ਤਾਂ ਵਸ਼ ਕੀਤਾ ਜਾ ਸਕਦਾ ਜਲ ਦੇ ਨਾਲ, ਪਰ ਜਿਹੜਾ ਅੰਤਰ ਮਨ ਹੈ, ਜਿਹੜਾ ਦਵੈਖ ਦੇ ਨਾਲ ਕਾਲਾ ਹੋਇਆ ਹੈ, ਜਿਹੜਾ ਵਿਕਾਰਾਂ ਦੇ ਨਾਲ ਅਤੀ ਮਲੀਨ ਹੋਇਆ ਹੈ, ਜਿਹੜਾ ਦੁਨਿਆਵੀ ਭਟਕਣ ਕਰਕੇ ਬੜੇ ਬੁਰੇ ਜੇ ਰੂਪ ਵਾਲਾ ਹੋ ਗਿਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕੀ ਇਹਨੂੰ ਜਲ ਦੇ ਨਾਲ ਜਾਂ ਬਾਹਰੀ ਇਸ਼ਨਾਨ ਦੇ ਨਾਲ ਮਾਂਜਿਆ ਜਾ ਸਕਦਾ ਜਾਂ ਸ਼ੁੱਧ ਕੀਤਾ ਜਾ ਸਕਦਾ, ਨਿਰਮਲ ਕੀਤਾ ਜਾ ਸਕਦਾ? ਤਾਂ ਯਕੀਨਨ ਗੁਰਬਾਣੀ 'ਚ ਸਾਨੂੰ ਉੱਤਰ ਪ੍ਰਾਪਤ ਹੁੰਦਾ ਨਹੀਂ। ਗੁਰਬਾਣੀ 'ਚ ਵਾਕ ਆਉਂਦਾ ਜਲ ਕੇ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੂਨੀ ਆਵੇ। ਕਹਿੰਦੇ ਪਾਣੀ ਜਿਹੜਾ ਡੱਡੂ ਹੈ ਪਾਣੀ 'ਚ ਰਹਿੰਦਾ। ਜੇ ਜਲ ਦੇ ਨਹਾਉਣ ਦੇ ਨਾਲ ਹੀ ਮਨੁੱਖ ਦਾ ਕਲਿਆਣ, ਮਨੁੱਖ ਦੀ ਮੁਕਤੀ ਹੋ ਜਾਏ, ਤਾਂ ਬਹੁਤ ਸਾਰੇ ਜਾਨਵਰ ਐਸੇ ਨੇ ਜਿਹੜੇ ਪਾਣੀ ਵਿੱਚ ਹੀ ਰਹਿੰਦੇ ਹਨ। ਇਸ ਪ੍ਰਕਾਰ ਕਹਿੰਦੇ ਜੈਸੇ ਮੇਂਢਕ, ਜਿਹੜਾ ਕੇਵਲ ਇੰਨੇ ਕੀ ਭਰਮ 'ਚ ਪੈ ਗਿਆ ਕਿ ਤੀਰਥਾਂ ਦਾ ਕੇਵਲ ਇਸ਼ਨਾਨ ਮਾਤਰ ਹੀ ਮੈਨੂੰ ਮੁਕਤ ਕਰ ਦੇਗਾ, ਤਾਂ ਉਹਦੇ ਜੀਵਨ ਦਾ ਕਲਿਆਣ ਹੋਣ ਵਾਲਾ ਨਹੀਂ ਹੈ। ਤਾਂ ਭਗਤ ਨਾਮਦੇਵ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਹਨ ਗੰਗਾ ਜਾਓ ਗੋਦਾਵਰ ਜਾਈਏ, ਕੁੰਭ ਜਾਓ ਕੇਦਾਰ ਨਾਈਏ, ਗੋਮਤੀ ਸਹਿਸ ਦਊ ਦਾਨ ਕੀਜੈ, ਕੋਟ ਜਾਓ ਤੀਰਥ ਹਿਵਾਲੈ, ਗਾਰੈ ਰਾਮ ਨਾਮ ਸਰ, ਤਾਊ ਨਾ ਪੂਜੈ ਭਾਵੇ। ਕਹਿੰਦੇ 4 ਧਾਮਾਂ ਦੇ 68 ਤੀਰਥਾਂ ਦੇ ਇਸ਼ਨਾਨ ਕਰ ਲਏ ਜਾਣ, ਪਰ ਮਨੁੱਖ ਦਾ ਅੰਤਰ ਮਨ ਨਿਰਮਲ ਹੋਣ ਵਾਲਾ ਨਹੀਂ। ਹੁਣ ਮਨੁੱਖ ਇਹਦਾ ਅਰਥ ਪੁੱਛੇਗਾ ਕਿ ਫਿਰ ਇਹਦਾ ਮਤਲਬ ਹੈ ਜਿਤਨੇ ਤੀਰਥ ਇਸ਼ਨਾਨ ਅੱਜ ਕੱਲ੍ਹ ਲੋਕ ਕਰਦੇ ਨੇ ਜਾਂ ਜਾਂਦੇ ਨੇ, ਕੀ ਇਹ ਸਾਰੇ ਵਿਅਰਥ ਨੇ? ਇੱਕ ਪੱਖ ਤੋਂ ਵਿਅਰਥ ਹੀ ਕਹੇ ਜਾ ਸਕਦੇ ਨੇ ਅਗਰ ਉਹ ਮਨੁੱਖ ਜਾਗੇ ਹੋਏ ਨਹੀਂ ਹਨ। ਹੁਣ ਤੀਰਥ ਦਾ ਜੇ ਗਹਿਰਾ ਭਾਵ ਸਮਝੀਏ ਨਾ, ਤਾਂ ਆਪ ਦੀ ਚਾਹੇ ਸਨਾਤਨ ਮਤ ਨੂੰ ਪੜ੍ਹ ਲਓ, ਚਾਹੇ ਇਸਲਾਮ ਨੂੰ ਪੜ੍ਹ ਲਓ, ਸੂਫੀਵਾਦ ਨੂੰ, ਅਤੇ ਚਾਹੇ ਗੁਰਮਤਿ ਦੇ ਸਿਧਾਂਤ ਨੂੰ ਪੜ੍ਹ ਲਓ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਤੱਤ ਰੂਪ ਜ਼ਿਕਰ ਆਉਂਦਾ ਹੈ ਕਿ ਸਭ ਤੋਂ ਜਿਹੜਾ ਸ਼ੁੱਧ ਮਨ ਹੈ, ਸਭ ਤੋਂ ਜਿਹੜਾ ਪਵਿੱਤਰ ਤੀਰਥ ਹੈ ਔਰ ਸਹਿਜ ਰੂਪ ਦੇ ਵਿੱਚ ਜਿਹੜਾ ਤੀਰਥ ਉਪਲਬਧ ਹੈ, ਉਹ ਮਨੁੱਖ ਦਾ ਆਪਣਾ ਸ਼ੁੱਧ ਮਨ ਹੈ, ਜਿਹਦੀ ਸ਼ੁੱਧਤਾ ਨੂੰ ਗਵਾ ਕੇ ਮਨੁੱਖ ਜਿਹੜਾ ਬਾਤ ਹੈ ਬਾਹਰੀ ਤੀਰਥਾਂ ਜਾਂ ਬਾਹਰੀ ਤੌਰ 'ਤੇ ਭਟਕਦਾ ਹੈ, ਅੰਤਰ ਮਨ ਦੇ ਤੀਰਥ ਦੀ ਗਤ ਜਾਣਦਾ ਨਹੀਂ। ਜਪਜੀ ਸਾਹਿਬ 'ਚ ਰੋਜ਼ਾਨਾ ਪੜ੍ਹਦੇ ਹਾਂ ਅੰਤਰਗਤ ਤੀਰਥ ਮਲ ਨਾਉ। ਉਹਦਾ ਭਾਵ ਹੈ ਕਿ ਆਪਣੇ ਸ਼ੁੱਧ ਮਨ ਦੇ ਸਾਹਮਣੇ ਬੈਠੋ। ਸ਼ੁੱਧ ਮਨ ਦਾ ਭਾਵ ਹੈ ਕਿ ਜਦੋਂ ਉਤਪਤੀ ਹੋਈ ਹੈ, ਰਚਨਾ ਹੋਈ ਹੈ, ਉਦੋਂ ਮਨ ਦਾ ਕੀ ਹਾਲਤ ਹੈ, ਅਤੇ ਅੱਜ ਜਦੋਂ ਜੀਵਨ ਦਾ ਇੰਨਾ ਪੱਖ ਗੁਜ਼ਾਰ ਚੁੱਕੇ ਹਾਂ,
ਉਦੋਂ ਮਨ ਦੀ ਕੀ ਹਾਲਤ ਹੈ। ਕਹਿੰਦੇ ਸ਼ੁੱਧ ਮਨ ਦੇ ਸਾਹਮਣੇ ਆਪਣੇ ਮਲੀਨ ਮਨ ਵਾਲੇ ਪੱਖ ਨੂੰ ਬਿਠਾਓ ਅਤੇ ਵਾਚੋ ਕਿ ਸਾਡਾ ਜੀਵਨ ਕਿੱਥੇ ਖੜਿਆ। ਅਤੇ ਕਹਿੰਦੇ ਇਹ ਵਿਚਾਰ ਕਰਨੀ, ਇਹਨੂੰ ਬਾਣੀ ਸਹਿਤ ਵਾਚਣਾ, ਗੁਰੂ ਉਪਦੇਸ਼ ਦੀ ਰੌਸ਼ਨੀ ਦੇ ਵਿੱਚ ਇਹਨੂੰ ਸਮਝਣਾ, ਇਹੀ ਮਨੁੱਖ ਦੇ ਅੰਤਰ ਮਨ ਦਾ ਇਸ਼ਨਾਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੰਗਾ ਤੀਰ ਜੋ ਘਰ ਕਰਹੇ। ਹੁਣ ਗੰਗਾ ਤਾਂ ਉੱਤਮ ਹੈ, ਚੱਲ ਕੇ ਮਨੁੱਖ ਆ ਗਿਆ। ਹੁਣ ਮਨੁੱਖ ਚੱਲ ਕੇ ਕਿਹੜਾ ਗਿਆ ਉੱਥੇ, ਇਹ ਵੀ ਇੱਕ ਗੱਲ ਵਾਚਣ ਵਾਲੀ ਹੈ। ਹੁਣ ਗੰਗਾ ਦੇ ਤੀਰਥ ਦੇ ਕਿਨਾਰੇ ਜਿਹੜਾ ਮਨੁੱਖ ਗਿਆ ਉਹ ਉਹਦੇ ਹੋ ਸਕਦਾ ਕਿਹੋ ਜਿਹਾ ਹੋਵੇ। ਹੁਣ ਗੁਰਬਾਣੀ 'ਚ ਇੱਕ ਵਾਕ ਇਹ ਵੀ ਵਾਕ ਆਉਂਦਾ ਹੈ, ਲੌਕੀ 68 ਤੀਰਥ ਨਹਾਈ ਕੌਰਾ ਪਨ ਤਊ ਨਾ ਜਾਈ। ਕਹਿੰਦੇ ਲੌਕੀ ਇੱਕ ਤਰ੍ਹਾਂ ਦਾ ਫਲ ਜਿਹਾ ਹੁੰਦਾ ਹੈ, ਸਬਜ਼ੀ ਜਿਹੀ ਵਾਂਗ। ਕਹਿੰਦੇ ਉਹਨੂੰ 68 ਤੀਰਥਾਂ ਦੇ ਇਸ਼ਨਾਨ ਕਰਾ ਲਏ, ਬਾਹਰੋਂ ਬੜੀ ਉੱਜਲ ਹੋ ਗਈ, ਪਰ ਜਦੋਂ ਅੰਦਰੋਂ ਖੋਲ੍ਹ ਕੇ ਚੱਖ ਕੇ ਦੇਖਿਆ ਤਾਂ ਫਿਰ ਉਹੀ ਕੁੜੱਤਣ, ਉਹੀ ਕੜਵਾਹਟ ਉਹਦੇ ਜੀਵਨ ਦੇ ਵਿੱਚ ਭਰੀ ਹੋਈ ਹੈ। ਇਸੇ ਪ੍ਰਕਾਰ ਬੜੇ ਤੀਰਥਾਂ ਦਾ ਭ੍ਰਮਣ ਕਰ ਲਿਆ, ਪਰ ਆਪਣੇ ਕ੍ਰੋਧ ਦੀ, ਆਪਣੇ ਦਵੈਸ਼ ਦੀ ਅਗਨ ਨੂੰ ਨਹੀਂ ਖਤਮ ਕਰ ਸਕਿਆ। ਇਸ ਕਰਕੇ ਕਰੋੜਾਂ ਤੀਰਥ ਵੀ ਇਹਨੂੰ ਨਿਰਮਲ, ਇਹਨੂੰ ਸ਼ਾਂਤ ਨਹੀਂ ਕਰ ਸਕੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਧਨਾ ਅੰਤਰ ਮਨ ਦੀ ਹੈ। ਔਰ ਦੂਜੀ ਗੱਲ, ਇਸ ਸ਼ਲੋਕ ਦੇ ਵਿੱਚ ਇੱਕ ਪੱਖ ਹੋਰ ਵੀ ਦ੍ਰਿਸ਼ਟੀ ਗੋਚਰ ਹੁੰਦਾ। ਵੈਸੇ ਵੀ ਮਨੁੱਖ ਦਾ ਨਾ ਇੱਕ ਸੁਭਾਅ ਹੈ ਕਿ ਮਨੁੱਖ ਹਮੇਸ਼ਾ ਜਿਹੜੀਆਂ ਸੂਖਮ ਗੱਲਾਂ ਨੇ ਉਹਨਾਂ ਨੂੰ ਨਾ ਤਾਂ ਬੁੱਝਣ ਦਾ ਯਤਨ ਕਰਦਾ, ਜਾਣਨ ਦਾ। ਜੇ ਬਹੁਤ ਹੱਦ ਤੱਕ ਬੁੱਝ ਲਵੇ ਧਰਮ ਦੀ ਸਾਧਨਾ ਦੇ ਵਿੱਚ ਤਾਂ ਉਹਨੂੰ ਅਪਣਾਉਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ। ਇਹ ਧਰਮ ਦੇ ਅਜੇ ਤੱਕ ਦੀ ਤਰਾਸਦੀ ਰਹੀ ਹੈ। ਜਿਉਂ ਤੋਂ ਧਰਮ ਦੀ ਸਾਧਨਾ ਆਰੰਭ ਹੋਈ ਹੈ ਉਦੋਂ ਤੋਂ ਮਨੁੱਖ ਦੀ ਤਰਾਸਦੀ ਹੈ ਇਹ ਕਿ ਹਰੇਕ ਚੀਜ਼ ਦੇ ਸੂਖਮ ਰੂਪ ਨਹੀਂ ਬੁੱਝ ਸਕੇਗਾ। ਇਹ ਉਹਦੇ ਬਾਹਰੀ ਰੂਪਾਂ ਦੇ ਨਾਲ ਹੀ ਆਪਣਾ ਤਵਾਜ਼ਨ ਬਣਾ ਲੈਂਦਾ ਹੈ ਅਤੇ ਉਹਦੇ ਵਿੱਚੋਂ ਹੀ ਆਪਣੀ ਕਲਿਆਣ ਭਾਲਦਾ ਹੈ। ਹੁਣ ਜਦੋਂ ਅਸੀਂ ਜਿਵੇਂ ਗੱਲ ਜ਼ਿਕਰ ਚੱਲਿਆ ਕਿ ਅੰਤਰਗਤ ਤੀਰਥ ਮਲ ਨਾਓ, ਜਪਜੀ ਸਾਹਿਬ ਦੀ ਬਾਣੀ ਆਰੰਭ ਹੁੰਦੀ ਹੈ। ਜੇ ਬੰਦਾ ਬਿਲਕੁਲ ਬਾਣੀ ਦੇ ਵਿੱਚ ਡੁੱਬ ਜਾਏ, ਡੁੱਬ ਜਾਣ ਦਾ ਮਤਲਬ ਕੀ ਹੈ ਕਿ ਉਹਦਾ ਕੋਈ ਬਾਕੀ ਖਿਆਲ ਦੁਨੀਆ ਵਾਲਾ ਬਚਿਆ ਨਾ ਰਹੇ, ਤਾਂ ਉਹ ਇੱਕ ਇੱਕ ਪੰਗਤੀ, ਜਿਵੇਂ ਅਸੀਂ ਆਪਣੇ ਉੱਪਰ ਜਲ ਪਾਉਂਦੇ ਹਾਂ ਨਾ ਮੱਗ ਭਰ ਕੇ, ਤੁਹਾਨੂੰ ਉਹ ਸ਼ੀਤਲ ਮਹਿਸੂਸ ਹੁੰਦਾ, ਠੰਡਕ ਮਹਿਸੂਸ ਹੁੰਦੀ ਹੈ। ਜੇ ਬੰਦਾ ਪੂਰਾ ਗੁਰਬਾਣੀ ਦੇ ਸਰਵਰ ਦੇ ਵਿੱਚ, ਅੰਮ੍ਰਿਤ ਸਰਵਰ ਦੇ ਵਿੱਚ ਡੁੱਬ ਜਾਏ ਤਾਂ ਉਹਨੂੰ ਇੱਕ ਇੱਕ ਪੰਗਤੀ ਇਸ਼ਨਾਨ ਕਰਾਉਂਦੀ ਪ੍ਰਤੀਤ ਹੋਏਗੀ, ਔਰ ਉਹ ਅੰਤਰ ਇਸ਼ਨਾਨ ਜਿਹੜਾ ਉਹਨੂੰ ਸਮੁੱਚੀ ਤਰ੍ਹਾਂ ਨਿਰਮਲ ਕਰ ਦੇਗਾ। ਜਿਵੇਂ ਜਪਜੀ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ। ਹੁਣ ਇਸ ਪੰਗਤੀ ਦੇ ਵਿੱਚ ਮਨੁੱਖ ਪੂਰਾ ਡੁੱਬ ਜਾਏ। ਇੱਕ ਤਾਂ ਇਹ ਪੜ੍ਹਨ ਦੀ ਕਿਰਿਆ ਹੈ ਕਿ ਅੰਮ੍ਰਿਤ ਵੇਲੇ ਇੱਕ ਵਾਰੀ ਪੜ੍ਹ ਲਿਆ ਪੰਜਾਂ ਬਾਣੀ ਦੇ ਨਿਤਨੇਮ 'ਚ, ਬਾਕੀ ਸਾਰਾ ਦਿਨ ਦੁਬਾਰਾ ਇਸੇ ਭਾਵ ਦੇ ਵਿੱਚ ਰਹੇ ਕਿ ਭਰੀਐ ਮਤ ਪਾਪਾਂ ਕੈ ਸੰਗ। ਹੁਣ ਵੱਡੀ ਗੱਲ, ਪਾਪ ਕਰਨ ਦੇ ਲਈ ਦੂਜਾ ਬੰਦਾ ਨਹੀਂ ਚਾਹੀਦਾ। ਪਾਪ ਕਰਨ ਦੇ ਲਈ ਇਕੱਲੇ ਹੀ ਬਹੁਤ ਹਾਂ ਅਸੀਂ, ਜਿੰਨਾ ਮਰਜ਼ੀ ਕਰ ਲਈਏ, ਜਿੱਥੇ ਮਰਜ਼ੀ ਬੈਠ ਕੇ ਕਰ ਲਈਏ। ਹੈਰਾਨਗੀ ਤਾਂ ਇੱਥੋਂ ਹੈ ਕਿ ਥਾਣੇ ਦੇ ਵਿੱਚ ਬੈਠ ਕੇ ਵੀ ਪਾਪ ਕੀਤਾ ਜਾ ਸਕਦਾ, ਗੁਰੂ ਘਰ ਬੈਠ ਕੇ ਵੀ ਪਾਪ ਕੀਤਾ ਜਾ ਸਕਦਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ ਦਾ ਭਾਵ ਕੀ ਹੈ ਕਿ ਹਿਰਦੇ ਦੇ ਤਲ 'ਤੇ ਜਿਹੜਾ ਈਰਖਾ ਕਰਕੇ, ਦਵੈਸ਼ ਕਰਕੇ ਜਾਂ ਕਿਸੇ ਵਕਾਰ ਦੇ ਅਧੀਨ ਕਰਕੇ ਮੰਦਾ ਖਿਆਲ ਉਪਜਣਾ ਹੈ, ਉਹਦੇ ਨੇੜੇ ਵੀ ਨਹੀਂ ਜਾਣਾ, ਉਹਨੂੰ ਆਪਣੇ ਅੰਤਰ ਵੀ ਨਹੀਂ ਆਉਣ ਦੇਣਾ। ਦੇਖੋ ਇਹ ਕਿੱਡੀ ਵੱਡੀ ਸਾਧਨਾ ਹੈ। ਜਰਾ ਇਹਨੂੰ ਗੌਰ ਦੇ ਨਾਲ ਵਾਚੋ ਕਿ ਇੱਕ ਦਿਨ ਸਾਰਾ ਆਪਣੀ ਦੁਨਿਆਵੀ ਧੰਦੇ ਛੱਡ ਕੇ ਨਾ, ਬਿਲਕੁਲ ਇੱਕ ਦਿਨ ਚਲੋ ਬਹੁਤ ਜ਼ਿਆਦਾ ਹੈ, 3 ਘੰਟੇ ਮੰਨ ਲਏ ਜਾਣ, ਜਿਵੇਂ 3 ਘੰਟੇ ਦਾ ਇੱਕ ਪਹਿਰ ਮੰਨ ਲਿਆ ਜਾਂਦਾ, 3 ਘੰਟੇ ਇਸ ਵਿਚਾਰ ਨੂੰ ਜਾਂ ਆਪਣੀ ਬੁੱਧੀ 'ਚ ਟਿਕਾ ਲਓ ਜਾਂ ਸਾਹਮਣੇ ਲਿਖ ਕੇ ਬੈਠ ਕੇ ਸੋਚੋ ਕਿ 3 ਘੰਟੇ ਯਤਨ ਕਰਨਾ, ਭਰੀਐ ਮਤ ਪਾਪਾ ਕੈ ਸੰਗ। 3 ਘੰਟੇ ਅਗਰ ਇਹਦੇ ਅਵਲ 'ਤੇ ਯਤਨ ਬਹੁਤ ਔਖਾ ਹੈ, ਜੇ ਕਰ ਲਓ ਤਾਂ 3 ਘੰਟੇ ਤੋਂ ਬਾਅਦ ਦਾ ਜਿਹੜਾ ਅਨੁਭਵ ਹੋਏਗਾ ਉਹਦੇ ਵਿੱਚੋਂ ਵਾਕਿਆ ਹੀ ਲੱਗੇਗਾ ਕਿ ਮਨ ਨਿਰਮਲ ਹੋਇਆ। ਅਤੇ ਜੇ ਮਨ ਨਿਰਮਲ ਦਾ ਇੰਨਾ ਸੁੱਖ ਹੋ ਸਕਦਾ ਹੈ, ਅਤੇ ਜੇ ਸਮੁੱਚਾ ਮਨ ਸਾਰੀ ਜ਼ਿੰਦਗੀ ਭਰ ਲਈ ਨਿਰਮਲ ਸਵੱਛ ਹੋ ਜਾਏ, ਸ਼ੁੱਧ ਹੋ ਜਾਏ, ਅਤੇ ਜੀਵਨ 'ਚ ਕਿੱਡਾ ਵੱਡਾ ਸੁੱਖ ਉਪਜ ਸਕਦਾ। ਗੱਲ ਇੱਥੇ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਅੰਤਰ ਮਨ ਦੀ ਸਾਧਨਾ ਕਰਨੀ ਸੀ, ਤੀਰਥ ਉੱਤਮ ਹੈ। ਔਰ ਦੂਜੀ ਗੱਲ, ਤੀਰਥ ਦਾ ਨਿਰਮਾਣ ਵੀ ਉਦੋਂ ਹੁੰਦਾ ਜਦੋਂ ਕੋਈ ਉੱਥੇ ਭਗਤੀ ਵਾਲਾ ਵਾਸ ਕਰਦਾ ਹੈ। ਇਹ ਆਮ ਜਿਵੇਂ ਨਦੀਆਂ ਦਰਿਆ ਆਪਣੇ ਆਪ ਆਪਣੀ ਚਾਲ 'ਚ ਵਹਿੰਦੇ ਸਨ, ਕਿਸੇ ਪਰਮੇਸ਼ਰ ਦੇ ਪਿਆਰੇ ਨੂੰ ਇਕਾਂਤ ਚਾਹੀਦਾ ਸੀ, ਜਾਂ ਉਹ ਹੁਣ ਜਿਹੜਾ ਤੀਰਥ ਨਦੀਆਂ ਦੇ ਕੰਢੇ 'ਤੇ ਬਣਨੇ, ਇਹਨਾਂ ਦਾ ਇੱਕ ਆਪਣਾ ਵੀ ਮਹੱਤਵ ਹੈ ਕਿ ਜਿਹੜਾ ਨਦੀ ਦਾ ਜਲ ਹੈ ਉਹ ਹਰ ਵੇਲੇ ਵਹਿੰਦਾ ਰਹਿੰਦਾ ਹੈ, ਅਤੇ ਉਹਦੇ ਵਹਿਣ ਦੇ ਨਾਲ ਉਹਦੀ ਜਿਹੜੀ ਪਵਿੱਤਰਤਾ ਹੈ, ਉਹਦੀ ਜਿਹੜੀ ਸਫਾਈ ਹੈ, ਉਹ ਬਣੀ ਰਹਿੰਦੀ ਹੈ। ਤਾਂ ਇਸੇ ਪ੍ਰਕਾਰ ਨਦੀ ਦੇ ਕੰਢੇ ਤੀਰਥ ਬਣਨ ਦਾ ਭਾਵ ਸੀ ਕਿ ਜਿਹੜਾ ਜੀਵਨ ਦਾ ਵਹਿਣ ਹੈ, ਇਹ 3 ਰੂਪਕ ਨਦੀ ਦੇ ਵਿੱਚ ਇਕੱਠੇ ਚੱਲਦੇ ਨੇ, ਕਿ ਜਿਵੇਂ ਨਦੀ ਵਹਿੰਦੀ ਹੈ ਇਸੇ ਪ੍ਰਕਾਰ ਜੀਵਨ ਵਹਿੰਦਾ ਜਾ ਰਿਹਾ ਹੈ।
ਇਸੇ ਪ੍ਰਕਾਰ ਜਿਵੇਂ ਨਦੀ ਵਹਿਣ ਦੇ ਨਾਲ ਹੀ ਸਾਫ਼ ਰਹਿੰਦੀ ਹੈ, ਇਸੇ ਪ੍ਰਕਾਰ ਜਿਹੜਾ ਜੀਵਨ ਪ੍ਰਭੂ ਦੀ ਯਾਦ ਨਾਲ ਜੁੜਿਆ ਹੋਇਆ ਹੈ ਉਹੀ ਨਿਰਮਲ ਰਹਿ ਸਕਦਾ ਹੈ। ਅਤੇ ਇਸੇ ਪ੍ਰਕਾਰ ਜਿਵੇਂ ਦਰਿਆ ਜਾਂ ਸਮੁੰਦਰ ਨਦੀ ਲਹਿਰਾਂ ਨਾਲ ਭਰੀ ਹੁੰਦੀ ਹੈ, ਇਵੇਂ ਇਹ ਜੀਵਨ ਲਹਿਰਾਂ ਦੇ ਨਾਲ ਭਰਿਆ ਹੋਇਆ ਹੈ। ਇਹਦੀਆਂ ਲਹਿਰਾਂ ਤੋਂ ਮੁਕਤ ਹੋਣਾ, ਇਹਦੇ ਵਿੱਚ ਸਾਵਧਾਨੀ ਦੇ ਨਾਲ ਬੇੜਾ ਚਲਾਉਣਾ, ਇਹੀ ਭਗਤੀ ਦਾ ਮਨੋਰਥ ਹੈ। ਅਤੇ ਇਸ ਕਰਕੇ ਪਰਮੇਸ਼ਰ ਦੇ ਪਿਆਰਿਆਂ ਨੇ ਜਾਂ ਭਗਤੀ ਵਾਲੇ ਸਾਧਨਾਂ ਨੇ ਦਰਿਆਵਾਂ ਦੇ ਕੰਢਿਆਂ ਦੀ ਚੋਣ ਕੀਤੀ ਕਿ ਮਨੁੱਖਤਾ ਨੂੰ ਗੱਲ ਬੜੇ ਸਰਲ ਤਰੀਕੇ ਨਾਲ ਸਮਝਾ ਸਕਣ। ਪਰ ਮਨੁੱਖ ਦੀ ਫਿਤਰਤ ਕੀ ਹੈ ਕਿ ਮਨੁੱਖ ਨੂੰ ਇਹ ਗੱਲ ਸਮਝਣ ਦੇ ਵਿੱਚ ਦੇਰੀ ਲੱਗ ਜਾਂਦੀ ਹੈ। ਇਸ ਕਰਕੇ ਫਿਰ ਉਹ ਦੂਜੀ ਗੱਲ, ਉਹ ਤੀਰਥ ਉਤਨਾ ਆਪਣੇ ਆਪ ਜਲ ਦਾ ਸਰੋਤ ਕਰਕੇ ਨਦੀਆਂ ਪੂਜਣ ਯੋਗ ਸਨ। ਪਰ ਜਦੋਂ ਉੱਥੇ ਉੱਤਮ ਭਗਤੀ ਦੀ ਸਾਧਨਾ ਬਹੁਤ ਸਮਾਂ ਹੁੰਦੀ ਰਹੀ ਤਾਂ ਫਿਰ ਉਹ ਥਾਂ ਪਵਿੱਤਰ ਗਿਣੀ ਜਾਣ ਲੱਗੀ। ਤਾਂ ਇਸੇ ਪ੍ਰਕਾਰ ਫਿਰ ਨੂੰ ਤੀਰਥ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਾਣੀ 'ਚ ਇੱਕ ਜਗ੍ਹਾ ਕਿਹਾ, ਤੀਰਥ ਵੱਡਾ ਕਿ ਹਰਿ ਕਾ ਦਾਸ। ਕਿ ਫਿਰ ਕਿਸ ਗੱਲ ਨੂੰ ਵੱਡਾ ਕਹੋ ਕਿ ਤੀਰਥ ਪਹਿਲਾਂ ਨਿਰਮਿਤ ਹੋਇਆ ਕਿ ਹਰੀ ਕਾ ਦਾਸ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਰੀਤ। ਜੇ ਗੰਗਾ ਦੇ ਕਿਨਾਰੇ ਰਹਿ ਵੀ ਰਹੇ ਹੋ, ਰੋਜ਼ਾਨਾ ਉੱਠ ਕੇ ਉੱਥੇ ਇਸ਼ਨਾਨ ਵੀ ਕਰਦੇ ਹੋ, ਉੱਥੇ ਆਪਣੀ ਪੂਜਾ ਅਰਚਨਾ ਕਰਦੇ ਹੋ, ਗੰਗਾ ਦੇ ਕਿਨਾਰੇ ਬੈਠ ਕੇ ਸਮਾਧੀ ਲੀਨ ਵੀ ਹੁੰਦੇ ਹੋ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੇ ਕਬੀਰ। ਜੇ ਧਰਮ ਦੀ ਤੁਹਾਨੂੰ ਇੰਨੀ ਕੁ ਸਮਝ ਆ ਰਹੀ ਹੈ ਕਿ ਇਸ਼ਨਾਨ ਦੇ ਨਾਲ ਸਾਡੀ ਮੁਕਤ ਗਤ ਹੋ ਜਾਣੀ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਸੰਭਵ ਨਹੀਂ ਹੈ। ਕਿਉਂਕਿ ਜਿਸ ਚੀਜ਼ ਨੂੰ ਇਸ਼ਨਾਨ ਕਰਾਉਣਾ ਸੀ ਉਹਨੂੰ ਕਰਵਾਇਆ ਹੀ ਨਹੀਂ। ਇਸ ਕਰਕੇ ਗੁਰਬਾਣੀ 'ਚ ਵਾਕ ਹੁੰਦਾ ਨਾ, ਅਸੀਂ ਗੁਰੂ ਸਾਹਿਬਾਨਾਂ ਦੇ ਵਾਕ ਪੜ੍ਹਦੇ ਹਾਂ, ਕਰ ਇਸ਼ਨਾਨ, ਅੱਗੇ ਜ਼ਿਕਰ ਆਉਂਦਾ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਹੁਣ ਜਿਵੇਂ ਰੋਜ਼ਾਨਾ ਇਸ਼ਨਾਨ ਕਰਨ ਦੇ ਨਾਲ ਬੰਦਾ ਸ਼ਵੱਛ ਰਹਿੰਦਾ, ਥੋੜ੍ਹੀ ਚਮੜੀ ਜਾਂ ਹੋਰ ਸਰੀਰ ਦੇ ਰੋਗ ਦੂਰ ਰਹਿੰਦੇ ਨੇ, ਤਾਂ ਕਰਕੇ ਇਸ਼ਨਾਨ ਦਾ ਮਹੱਤਵ ਹੈ। ਤਾਂ ਹੁਣ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਵੇਖੋ ਥਿਊਰੀ ਕਿੱਡੀ ਵਧੀਆ ਦਿੱਤੀ, ਕਰ ਇਸ਼ਨਾਨ। ਵੀ ਇਸ਼ਨਾਨ ਕਰ, ਹੁਣ ਜਿਹੜੀ ਕੁਦਰਤੀ ਇਸ਼ਨਾਨ ਕਰਨ ਦੀ ਪ੍ਰਕਿਰਿਆ ਉਹ ਕਿਹਨੂੰ ਸਮਝਾਉਣੀ ਅਸੀਂ? ਦੇਖੋ ਦੁਨੀਆ ਦਾ ਕੋਈ ਹੈ ਐਸਾ ਬੰਦਾ ਜਿਹਨੂੰ ਕਿਹਾ ਜਾਏ ਭਾਈ ਰੋਜ਼ ਇਸ਼ਨਾਨ ਕਰਿਆ ਕਰ? ਹਰੇਕ ਬੰਦੇ ਨੂੰ ਪਤਾ ਇਸ ਗੱਲ ਦਾ ਕਿ ਰੋਜ਼ਾਨਾ ਇਸ਼ਨਾਨ ਕਰਨ ਦੇ ਨਾਲ ਮੇਰਾ ਸਰੀਰ ਉੱਜਲ ਰਹੇਗਾ। ਪਰ ਫਿਰ ਅਧਿਆਤਮ ਦੀ ਮਹੱਤਤਾ ਕੀ ਹੈ? ਅਧਿਆਤਮ ਦੀ ਮਹੱਤਤਾ ਹੈ ਕਿ ਜੇ ਤੇਰੇ ਬਾਹਰੀ ਇਸ਼ਨਾਨ ਦੇ ਨਾਲ ਤੇਰਾ ਸਰੀਰ ਸਾਫ਼ ਹੋ ਜਾਂਦਾ ਹੈ, ਅਤੇ ਜੇ ਤੇਰੇ ਅੰਤਰ ਮਨ ਦਾ ਇਸ਼ਨਾਨ ਗੁਰੂ ਸ਼ਬਦ ਦੀ ਵਿਚਾਰ ਵਿੱਚ ਜਾਂ ਗੁਰੂ ਸ਼ਬਦ ਦੇ ਵਿੱਚ ਡੁੱਬ ਕੇ ਤਾਰੀ ਲਗਾ ਕੇ ਹੋ ਸਕਦਾ ਹੈ, ਤਾਂ ਤੈਨੂੰ ਉਹ ਜ਼ਰੂਰ ਕਰਨਾ ਚਾਹੀਦਾ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੇ ਕਬੀਰ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਬਿਨ ਹਰ ਭਗਤ, ਕਿਉਂਕਿ ਧਰਮ ਦਾ ਇੱਕ ਪੱਖ ਤੁਸੀਂ ਸਮਝ ਲਿਆ ਕਿ ਇਸ਼ਨਾਨ ਕਰਨਾ ਇਹ ਉੱਤਮ ਹੋ ਸਕਦਾ ਹੈ ਆਪਣੇ ਆਪ ਦੇ ਵਿੱਚ, ਤਾਂ ਇਸੇ ਉੱਤਮ ਪੱਖ ਦਾ ਇੱਕ ਅਗਲਾ ਰੂਪ ਵੀ ਬਣਦਾ ਹੈ। ਹੁਣ ਜਿਵੇਂ ਦੇਖੋ ਅਸੀਂ ਕੋਈ ਕਾਰਜ ਕਰਦੇ ਹਾਂ, ਉਹਦਾ ਕਈ ਵਾਰੀ 2 ਪੜਾਅ ਹੁੰਦੇ ਨੇ, ਕਦੀ 3 ਪੜਾਅ ਹੁੰਦੇ ਨੇ, ਕਦੀ ਉਹਦੇ 10 ਪੜਾਅ ਹੁੰਦੇ ਨੇ। ਅਤੇ ਜੇ ਇੱਕ ਮਨੁੱਖ ਜਿਵੇਂ ਉਦਾਹਰਨ ਦੇ ਤੌਰ 'ਤੇ ਮਕਾਨ ਦੇ ਉੱਪਰ ਚੜ੍ਹਨਾ ਹੈ, ਚੜ੍ਹਨ ਦੇ ਲਈ 15-20 ਪੌੜੀਆਂ ਦੇ ਸਟੈਪ ਨੇ। ਮਨੁੱਖ 1 ਜਾਂ 2 ਜਾਂ ਹੱਦ 5 ਤੱਕ ਆਪਣੇ ਕਦਮ ਰੱਖ ਕੇ ਕਹੇ ਕਿ ਮੈਂ ਕੋਠੇ 'ਤੇ ਕਿਉਂ ਨਹੀਂ ਚੜ੍ਹ ਰਿਹਾ ਜਾਂ ਮਕਾਨ ਦੇ ਉੱਪਰ ਮੇਰੇ ਕੋਲ ਕਿਉਂ ਨਹੀਂ ਜਾਇਆ ਜਾ ਰਿਹਾ, ਤਾਂ ਸੁਭਾਵਿਕ ਉਹਨੂੰ ਕਹਿਣ ਵਾਲਾ, ਦੇਖਣ ਵਾਲਾ ਇਨਸਾਨ ਕਹੇਗਾ ਕਿ 5 ਕਦਮਾਂ ਤੱਕ ਚੜ੍ਹ ਗਏ, 10 ਕਦਮ ਹੋਰ ਤਾਂ ਨੂੰ ਚੜ੍ਹ ਜਾਏ ਅਤੇ ਮਕਾਨ ਦੇ ਉੱਪਰ ਜਾ ਟਿਕੇਗਾ। ਇਸੇ ਪ੍ਰਕਾਰ ਜੇ ਧਰਮ ਦੀ ਤੈਨੂੰ ਇੰਨੀ ਕੁ ਸਮਝ ਆ ਗਈ, ਧਰਮ ਦੇ ਸਾਧਨਾਂ ਦੀ, ਕਿ ਤੀਰਥ ਦਾ ਇਸ਼ਨਾਨ ਉੱਤਮ ਹੈ, ਤਾਂ ਇਹਦਾ ਅਗਲਾ ਸਟੈਪ ਹੈ ਕਿ ਆਪਣੇ ਮਨ ਦਾ ਇਸ਼ਨਾਨ ਕਰਨਾ ਵੀ ਸਮਝ ਲੈ। ਅਤੇ ਮਨ ਦਾ ਇਸ਼ਨਾਨ ਕਰਨਾ ਥੋੜ੍ਹਾ ਔਖਾ ਹੈ। ਕਿਉਂ ਔਖਾ ਹੈ? ਕਿ ਇਹ ਹੈ ਵੀ ਅੰਦਰੂਨ, ਇਹਨੂੰ ਇਸ਼ਨਾਨ ਕਰਾਉਣ ਵਾਲੇ ਸਾਧਨ ਵੀ ਅੰਦਰੂਨੀ ਹੀ ਪੈਦਾ ਕਰਨੇ ਪੈਣਗੇ। ਭਾਵ ਕਿ ਆਪਣੀ ਰਸਨਾ ਦੇ ਨਾਲ ਪ੍ਰਭੂ ਦੀ ਆਰਾਧਨਾ ਕਰਨੀ ਪਏਗੀ, ਗਿਆਨ ਦੀ ਵਿਚਾਰ ਕਰਨੀ ਪਏਗੀ, ਅਤੇ ਉਸ ਗਿਆਨ ਦੀ ਵਿਚਾਰ ਦੇ ਸਨਮੁਖ ਆਪਣੇ ਮਲੀਨ ਮਨ ਨੂੰ ਰੱਖਣਾ ਪਏਗਾ, ਅਤੇ ਮਨ ਨੂੰ ਬਾਰ-ਬਾਰ ਪ੍ਰਬੋਧਨਾ ਪਏਗਾ ਕਿ ਗੁਰੂ ਕੇ ਇਸ ਨਿਰਮਲ ਉਪਦੇਸ਼ ਨੂੰ ਧਾਰਨ ਕਰ ਲੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੇ ਕਬੀਰ। ਹੁਣ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਇੱਕ ਹੋਰ ਪੱਖ ਵੀ ਸਾਡੇ ਸਾਹਮਣੇ ਆਉਂਦਾ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਬ੍ਰਾਹਮਣ ਕੁਲ ਦੇ ਲੋਕ ਇਹ ਗੰਗਾ ਦੇ ਕਿਨਾਰੇ ਰਹਿੰਦੇ ਨੇ, ਰੋਜ਼ਾਨਾ ਗੰਗਾ ਦੇ ਵਿੱਚ ਡੁਬਕੀ ਲਗਾਉਂਦੇ ਨੇ, ਪਰ ਇਹਨਾਂ ਦਾ ਦਵੈਸ਼ ਨਹੀਂ ਮਿਟਿਆ ਅਜੇ ਤੱਕ ਊਚ ਨੀਚ ਦੇ ਵਿੱਚ ਪਏ ਹਨ। ਕਿਸੇ ਨੂੰ ਮੰਦਾ ਜਾਣਦੇ ਨੇ, ਕਿਸੇ ਨੂੰ ਚੰਗਾ ਜਾਣਦੇ ਨੇ, ਜਾਤੀ ਪਾਤੀ ਕਰਕੇ ਇੱਕ ਦੂਜੇ ਦਾ ਤਿਰਸਕਾਰ ਕਰਦੇ ਨੇ, ਨੀਵਾਂ ਸਮਝਦੇ ਨੇ, ਮੰਦਰਾਂ ਦੇ ਵਿੱਚੋਂ ਧੱਕੇ ਦੇ ਕੇ ਕੱਢ ਦਿੰਦੇ ਨੇ। ਜੇ ਇਹ ਗੰਗਾ ਦੇ ਇਸ਼ਨਾਨ ਦੇ ਨਾਲ ਇਹ ਨਿਰਮਲ ਜੇ ਇੰਨਾ ਕਰਕੇ ਇਹ ਨਹੀਂ ਨਿਰਮਲ ਹੋਏ,
ਤੇ ਹੋਰ ਜਿਹੜੇ ਯਾਤਰੂ ਇੱਥੇ ਆ ਕੇ ਆਪਣੇ ਆਪ ਨੂੰ ਗੰਗਾ ਦੇ ਤੀਰਥ ਦੇ ਇਸ਼ਨਾਨ ਨਾਲ ਮੁਕਤ ਸਮਝ ਰਹੇ ਹਨ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਕਿਸ ਪ੍ਰਕਾਰ ਮੁਕਤ ਹੋ ਜਾਣਗੇ ਜੇ ਇੱਥੇ ਰਹਿਣ ਵਾਲੇ ਮੁਕਤ ਨਹੀਂ ਹੋਏ, ਜਿਹੜੇ ਕੁਦਰਤੀ ਤੌਰ 'ਤੇ ਗੰਗਾ ਦੇ ਕਿਨਾਰੇ ਹੀ ਪੈਦਾ ਹੋਏ। ਇੱਕ ਤਾਂ ਉਹ ਹੈ ਨਾ ਕਿ ਜਿਹੜੇ ਉੱਥੋਂ ਆ ਕੇ, ਜਿਵੇਂ ਅੰਮ੍ਰਿਤਸਰ ਦੇ ਬਾਰੇ ਪ੍ਰਮਾਣ ਹੈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਏ ਤਾਂ ਉੱਥੋਂ ਦੇ ਸੰਬੰਧਿਤ ਪ੍ਰਬੰਧਕ ਲੋਕਾਂ ਨੇ ਦਰਵਾਜ਼ੇ ਬੰਦ ਕਰ ਲਏ ਸਨ। ਤਾਂ ਮਤਲਬ ਕੀ, ਹੁਣ ਨਗਰੀ ਤਾਂ ਅੰਮ੍ਰਿਤਸਰ ਹੈ ਪਰ ਹਿਰਦਾ ਅੰਮ੍ਰਿਤਮਈ ਨਹੀਂ ਹੋਇਆ। ਨਗਰੀ ਤਾਂ ਗੰਗਾ ਹੈ ਪਰ ਮਨ ਨਿਰਮਲ ਨਹੀਂ ਹੋਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਬਿਨ ਹਰ ਭਗਤ ਨਾ ਮੁਕਤ ਹੋਏ, ਜਿੰਨਾ ਚਿਰ। ਔਰ ਮੁਕਤ ਕਿਹਦੇ ਤੋਂ ਹੋਣਾ ਹੈ? ਹੁਣ ਸਰੀਰ, ਹੁਣ ਗੁਰਬਾਣੀ 'ਚ ਭਗਤ ਨਾਮਦੇਵ ਜੀ ਨੇ ਇੱਕ ਜਗ੍ਹਾ ਕਿਹਾ ਨਾ, ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ, ਕਿ ਜੀਵਨ ਮੁਕਤੀ ਚਾਹੀਦੀ। ਜੀਵਨ ਮੁਕਤੀ ਕੀ ਹੈ? ਕਿ ਜਿੰਨਾ ਵਿਕਾਰਾਂ ਕਰਕੇ ਜਾਂ ਜਿਹੜੇ ਮਾਇਆ ਦੇ ਪ੍ਰਭਾਵ ਕਰਕੇ ਜੀਵਨ ਮਲੀਨ ਹੁੰਦਾ, ਬਾਰ-ਬਾਰ ਮਨ ਮੈਲਾ ਹੁੰਦਾ, ਮੈਨੂੰ ਉਹਨਾਂ ਕਾਰਨਾਂ ਤੋਂ ਹੀ ਮੁਕਤੀ ਚਾਹੀਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਅਸੀਂ ਇਸ ਪ੍ਰਕਾਰ ਇਹਨਾਂ ਲੋਕਾਂ ਨੂੰ ਸੁਚੇਤ ਕਰ ਦਿੱਤਾ। ਹੁਣ ਦੇਖੋ ਇਸ ਸਮੇਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਕਿੱਡਾ ਵੱਡਾ ਮਹੱਤਵ ਰਿਹਾ ਹੋਵੇਗਾ, ਕਿ ਕਿਤਨੇ ਲੋਕ ਧਰਮ ਦੀ ਪ੍ਰਚਲਿਤ ਸਾਧਨਾ ਦੇ ਮਗਰ ਲੱਗ ਕੇ ਆਪਣਾ ਕਿੰਨਾ ਧਨ, ਆਪਣਾ ਕਿੰਨਾ ਸਮਾਂ, ਆਪਣੀ ਕਿੰਨੀ ਐਨਰਜੀ ਜਿਹੜੀ ਵਿਅਰਥ ਹੀ ਗਵਾਉਂਦੇ ਹੋਣਗੇ। ਤਾਂ ਭਗਤ ਕਬੀਰ ਸਾਹਿਬ ਜੀ ਦਾ ਇਹ ਉਪਦੇਸ਼ ਉਹਨਾਂ ਦੇ ਲਈ ਗਿਆਨ ਦਾ ਰੌਸ਼ਨ ਮੀਨਾਰ ਬਣਦਾ ਹੈ, ਕਿ ਭਾਈ ਇਹ ਜਿਹੜਾ ਇਹਨਾਂ ਨੇ ਆਪਣੀ ਸਹੂਲਤ ਲਈ ਇਹ ਪ੍ਰਚਲਿਤ ਕੀਤਾ ਹੋਇਆ ਹੈ, ਇਹਦੇ ਵਿੱਚ ਇਹਨਾਂ ਦੇ ਆਪਣੇ ਕਈ ਲਾਭ ਹਨ। ਪਰ ਜੇ ਤੁਸੀਂ ਆਪਣੇ ਅਧਿਆਤਮ ਦਾ ਲਾਭ ਲੈਣਾ ਚਾਹੁੰਦੇ ਹੋ, ਔਰ ਧਰਮ ਦੀ ਤਰਾਸਦੀ ਵੀ ਰਹੀ ਹੈ ਅੱਜ ਤੱਕ, ਜਿਨ੍ਹਾਂ ਲੋਕਾਂ ਦੇ ਹੱਥ ਧਰਮ ਦੀ ਵਿਆਖਿਆ ਰਹੀ ਹੈ ਉਹਨਾਂ ਕਦੀ ਸ਼ੁੱਧ ਰੂਪ ਦੇ ਵਿੱਚ ਧਰਮ ਦੀ ਵਿਆਖਿਆ ਜਗਿਆਸੂਆਂ ਤੱਕ ਪਹੁੰਚਾਈ ਨਹੀਂ, ਅਤੇ ਜਗਿਆਸੂਆਂ ਦੀ ਰਹਿਨੁਮਾਈ ਹੋਈ ਨਹੀਂ, ਅਤੇ ਉਹ ਜਿੰਨਾ ਕੁ ਉਹਨਾਂ ਨੂੰ ਪਤਾ ਉਹਦੇ ਵਿੱਚ ਹੀ ਉਹ ਭਰਮਦੇ ਰਹੇ। ਹੁਣ ਅਸੀਂ ਨਾ ਜਦ ਸੁਖਮਨੀ ਸਾਹਿਬ ਦੀ ਬਾਣੀ ਦੇ ਵਾਕ ਪੜ੍ਹਦੇ ਹਾਂ, ਉਹਦੇ ਵਿੱਚ ਆਉਂਦਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ। ਜਾਂ ਰੋਜ਼ਾਨਾ ਵਾਕ ਪੜ੍ਹਦੇ ਹਾਂ, ਦਰਸ਼ਨ ਪਰਸਿਆ ਗੁਰੂ ਕੈ 860 ਮੱਜਨ ਹੋਏ। ਹੁਣ ਇਹ ਦਰਸ਼ਨ ਕੀ ਹਨ? ਇੱਕ ਤਾਂ ਪ੍ਰਤੱਖ ਚੱਲ ਕੇ ਗੁਰੂ ਦੀ ਹਜ਼ੂਰੀ 'ਚ ਆ ਕੇ ਨਤਮਸਤਕ ਹੋ ਗਏ, ਇਹਨਾਂ ਨੇਤਰਾਂ ਦੇ ਨਾਲ ਸਤਿਗੁਰੂ ਕੇ ਪਾਵਨ ਸਰੂਪ ਨੂੰ ਤੱਕਿਆ। ਇੱਕ ਤਾਂ ਇਹਦੇ ਨਾਲ ਹੀ ਨਿਰਮਲ ਹਨ, ਕਿਉਂਕਿ ਇਹਨੂੰ ਦੇਖ ਕੇ ਸਾਨੂੰ ਸ਼ੁਭ ਕਰਮ ਦੀ ਯਾਦ ਆ ਗਈ ਕਿ ਸਾਡੇ ਗੁਰੂ ਪਾਵਨ ਹਨ ਅਤੇ ਉਹ ਸਾਨੂੰ ਪਤਿਤਾਂ ਨੂੰ ਵੀ ਪਵਿੱਤਰ ਕਰਨਗੇ। ਫਿਰ ਦਰਸ਼ਨ ਦਾ ਭਾਵ ਜਦੋਂ ਗੁਰਬਾਣੀ ਦੀ ਵਿਚਾਰ ਦੇ ਵਿੱਚ ਪੈ ਗਏ ਅਤੇ ਗੁਰੂ ਦੇ ਅੰਤਰ ਸਰੂਪ ਦੇ ਵਿੱਚ ਜਿਹੜੇ ਗਿਆਨ ਦੇ ਮੋਤੀ ਪਏ ਉਹਨਾਂ ਨੂੰ ਆਪਣੇ ਮਸਤਕ 'ਤੇ ਟਿਕਾਇਆ, ਉਦੋਂ ਸਾਡਾ ਜੀਵਨ ਉਜਲ ਹੋਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਔਰ ਦੂਜੀ ਗੱਲ, ਇੱਕ ਹੋਰ ਵੀ ਪੱਖ ਹੈ ਗਿਆਨ ਦੀ। ਇਸ ਗੱਲ ਨੂੰ ਜਾਣਨ ਤੋਂ ਬਾਅਦ ਵੀ ਲੋਕ ਭਰਮ ਦੇ ਵਿੱਚ ਭਟਕਦੇ ਰਹਿੰਦੇ ਹਨ। ਕਿ ਭਟਕਣ ਦਾ ਭਾਵ ਕੀ ਹੈ? ਕਿ ਭਾਈ ਜਿਹੜਾ ਬਾਹਰੀ ਤੌਰ 'ਤੇ ਇਸ਼ਨਾਨ ਹੈ ਉਹ ਹਰ ਕਿਸੇ ਦੇ ਲਈ ਬਣਿਆ ਨੂੰ ਕਰ ਰਿਹਾ ਹੈ। ਜੇ ਤੂੰ ਆਪਣੇ ਆਪ ਨੂੰ ਜ਼ਿਆਦਾ ਸਟੀਕ ਧਰਮੀ ਹੈ ਤਾਂ ਤੂੰ ਅਗਲੇ ਸਟੈਪ ਦਾ ਇਸ਼ਨਾਨ ਕਰ ਅਤੇ ਉਹਦੇ ਤੱਕ ਨਾ ਸੀਮਤ ਰਹਿ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਤਾਂ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੁਚੇਤ ਹੋ ਗਏ, ਜਿਨ੍ਹਾਂ ਨੂੰ ਇਸ਼ਨਾਨ ਕਰਨ ਦੀ ਅਗਲੇ ਪੱਖ ਦੀ ਸੋਝੀ ਆ ਗਈ ਕਿ ਅੰਤਰ ਮਨ ਦਾ ਇਸ਼ਨਾਨ ਕਰਨਾ ਹੈ, ਕੇਵਲ ਗੰਗਾ ਦੇ ਤੀਰਥ ਇਸ਼ਨਾਨ ਦੇ ਨਾਲ ਮੁਕਤ ਨਹੀਂ ਹੋਣੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਇਸ ਸਾਧਨਾ ਦੇ ਵਿੱਚ ਪੈ ਗਏ, ਆਖਰ ਉਹਨਾਂ ਦਾ ਕੀ ਉਚਤਮ ਅਵਸਥਾ ਕੀ ਬਣੀ? ਮਨ ਨਿਰਮਲ ਭਇਆ। ਜਿਹੜੇ ਭਗਤੀ ਦੇ ਮਾਰਗ 'ਤੇ ਪੈ ਗਏ, ਤੀਰਥ ਦੇ ਭਟਕਣ ਦੀ ਜਾਂ ਤੀਰਥ 'ਤੇ ਹੀ ਸੀਮਤ ਰਹਿਣ ਦੀ ਗੱਲ ਜਿੰਨਾ ਛੱਡ ਦਿੱਤੀ ਅਤੇ ਆਪਣੇ ਅੰਤਰ ਮਨ ਦੇ ਉੱਪਰ ਜ਼ੋਰ ਦੇਣਾ, ਗਿਆਨ ਦੀ ਵਿਚਾਰ ਦੇ ਨਾਲ ਉਹਨੂੰ ਸਾਧਨਾ ਸ਼ੁਰੂ ਕਰ ਦਿੱਤਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਨਿਰਮਲ ਭਇਆ। ਉਹਨਾਂ ਦਾ ਮਨ ਪੂਰੀ ਤਰ੍ਹਾਂ ਨਿਰਮਲ ਹੋ ਗਿਆ। ਨਿਰਮਲ ਮਨ ਦਾ ਭਾਵ ਇਹ ਹੈ ਕਿ ਜਿਵੇਂ ਹੁਣ ਸ਼ੀਸ਼ਾ ਮੈਲਾ ਹੋਵੇ ਨਾ, ਤਾਂ ਉਹਦੇ ਵਿੱਚ ਆਪਣੀ ਮੂਰਤ ਦੇਖੀਏ ਅਤੇ ਉਹ ਚੰਗੀ ਨਹੀਂ ਬਣਦੀ, ਮਲੀਨ ਨਜ਼ਰ ਆਉਂਦੀ। ਤਾਂ ਇਸੇ ਪ੍ਰਕਾਰ ਭਗਤ, ਜਾਂ ਜੇ ਆਪਣੇ ਮੁੱਖ 'ਤੇ ਉੱਪਰ ਕੋਈ ਮੈਲ ਲੱਗੀ ਹੋਵੇ ਅਤੇ ਸ਼ੀਸ਼ਾ ਜਿੰਨਾ ਮਰਜ਼ੀ ਉੱਜਲ ਹੋਵੇ, ਦੇਖੀ ਜਾਈਏ ਉਹ ਦਾਗ ਨਹੀਂ ਜਾਣ ਵਾਲਾ ਜਿੰਨਾ ਚਿਰ ਆਪਣੇ ਮੁੱਖ ਤੋਂ ਨਹੀਂ ਉਤਾਰਾਂਗੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੰਦਗੀ ਦੀ ਸਾਧਨਾ ਕਰਦਿਆਂ ਮਨ ਨਿਰਮਲ ਪਿਆ, ਪੂਰੀ ਤਰ੍ਹਾਂ ਮਨ ਨਿਰਮਲ ਹੋ ਗਿਆ। ਕਿਸ ਤਰ੍ਹਾਂ ਦਾ? ਜੈਸਾ ਗੰਗਾ ਨੀਰ। ਮੈਂ ਕਿਸੇ ਸਮੇਂ ਗੰਗਾ ਦੇ ਬਾਰੇ ਇੱਕ ਪੁਸਤਕ ਦੇ ਵਿੱਚ ਪੜ੍ਹਿਆ ਸੀ ਕਿ ਗੰਗਾ ਜਲ ਦਾ ਕੀ ਮਹੱਤਵ ਹੈ। ਉਹਦੇ ਵਿੱਚ ਕਿਹਾ ਜਾਂਦਾ ਕਿ ਅਗਰ ਗੰਗਾ ਦੇ ਜਲ ਦਾ ਕੁਦਰਤੀ ਉਹਦੇ ਵਿੱਚ ਇਸ ਤਰ੍ਹਾਂ ਦੇ ਸਮਰੱਥਾ ਹੈ, ਉਹਦਾ ਪ੍ਰਭਾਵ ਹੈ ਕਿ ਉਹਦੇ ਜਲ ਅਗਰ ਬੜੇ ਸਾਲਾਂ ਤੱਕ ਕਿਸੇ ਬੋਤਲ ਆਦਿਕ ਦੇ ਵਿੱਚ ਬੰਦ ਰੱਖਿਆ ਜਾਵੇ ਤਾਂ ਉਹਦੇ ਵਿੱਚ ਜਿਹੜੀ ਹੈ ਜਿਲਬ, ਉੱਲੀ ਆਦਿਕ ਨਹੀਂ ਜੰਮਦੀ, ਉਹਦੇ ਅੰਦਰ ਜਾਲਾ ਨਹੀਂ ਪੈਦਾ ਹੁੰਦਾ। ਉਹਦੀ ਇਸ ਤਰ੍ਹਾਂ ਦੀ ਆਪਣੀ ਇੱਕ ਮਹਾਨਤਾ ਹੈ। ਗੰਗਾ ਦੇ ਜਲ ਬਾਰੇ ਕਿਹਾ ਜਾਂਦਾ ਹੈ, ਜਿਵੇਂ ਆਮ ਅਸੀਂ ਜਲ ਰੱਖ ਦਈਏ ਤਾਂ 3-4 ਮਹੀਨੇ ਬਾਅਦ ਉਹਦੇ ਅੰਦਰ ਜਾਲਾ ਜਿਹਾ ਬਣਨਾ ਸ਼ੁਰੂ ਹੋ ਜਾਂਦਾ ਹੈ,
ਪਰ ਕਹਿੰਦੇ ਗੰਗਾ ਦੇ ਜਲ ਦੀ ਇਹ ਮਹੱਤਤਾ ਹੈ ਕਿ ਉਹਦੇ ਅੰਦਰ ਇਹ ਪੈਦਾ ਨਹੀਂ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਨਿਰਮਲ ਪਿਆ, ਮਨ ਇਸ ਤਰ੍ਹਾਂ ਨਿਰਮਲ ਪਿਆ ਹੈ, ਇਸ ਤਰ੍ਹਾਂ ਸ਼ੁੱਧ ਹੋ ਗਿਆ ਕਿ ਹੁਣ ਇਹਦੇ ਅੰਦਰ ਦੁਬਾਰਾ ਵਿਕਾਰਾਂ ਦੀ ਜਿਲਬ ਜਾਂ ਕਿਸੇ ਪ੍ਰਕਾਰ ਦੀ ਉੱਲੀ ਜਾਲਾ ਆਦਿਕ ਜੰਮਣ ਦੀ ਸੰਭਾਵਨਾ ਨਹੀਂ ਰਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਇਸੇ ਪ੍ਰਕਾਰ ਇੱਕ ਤਾਂ ਪੱਖ ਇਹ ਸੀ ਕਿ ਗੰਗਾ ਦੇ ਤੀਰਥ ਇਸ਼ਨਾਨ ਕਰਕੇ ਕਈ ਫਿਰ ਵੀ ਵਿਕਾਰਾਂ ਤੋਂ ਮੁਕਤ ਨਾ ਹੋਏ, ਉਹਨਾਂ ਦੇ ਜੀਵਨ ਦੇ ਵਿੱਚ ਬੰਦਗੀ ਦੀ ਵਡਿਆਈ ਪ੍ਰਗਟ ਨਾ ਹੋਈ। ਅਤੇ ਮੈਂ ਭਾਵ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹੇ ਪਰਮੇਸ਼ਰ ਦੇ ਮਾਰਗ 'ਤੇ ਲੱਗ ਕੇ ਅੰਤਰ ਮਨ ਦੀ ਸਾਧਨਾ ਕੁ ਸ਼ੁਰੂ ਕਰ ਦਿੱਤੀ ਅਤੇ ਮੇਰਾ ਮਨ ਇੰਨਾ ਨਿਰਮਲ ਹੋ ਗਿਆ, ਅਤੇ ਉਸ ਨਿਰਮਲ ਮਨ ਦੇ ਪ੍ਰਭਾਵ ਨੂੰ ਜਦੋਂ ਮੇਰੇ ਉਪਦੇਸ਼ਾਂ ਦੁਆਰਾ ਜਾਂ ਮੇਰੇ ਅਨੁਭਵ ਦੁਆਰਾ ਸੰਸਾਰ ਨੇ ਜਾਣਿਆ ਤਾਂ ਪਾਛੈ ਲਾਗੋ ਹਰ ਫਿਰੈ। ਤਾਂ ਹੁਣ ਜੀਵਨ ਦੀ ਅਵਸਥਾ ਇਹ ਹੋ ਗਈ ਜਿਵੇਂ ਪਰਮੇਸ਼ਰ ਮਗਰ ਲੱਗਿਆ ਫਿਰਦਾ ਹੈ। ਕਹਿਤ ਕਬੀਰ ਕਬੀਰ, ਅਤੇ ਸਾਰੇ ਕਬੀਰ ਕਬੀਰ ਕਹਿ ਕੇ ਵਡਿਆਈ ਕਰਦੇ ਹਨ। ਭਾਵ ਕਿ ਇਸ ਸਰੀਰ ਰੂਪ ਘਰ ਦੇ ਵਿੱਚ ਪਰਮੇਸ਼ਰ ਦੇ ਨੂਰ ਨੂੰ ਪ੍ਰਗਟ ਕਰ ਲਿਆ ਹੈ। ਅੰਤਰ ਮਨ ਦਾ ਤੀਰਥ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਗਿਆਨ ਦੇ ਸਹਿਤ ਇਸ਼ਨਾਨ ਕਰਾ ਕੇ ਨਿਰਮਲ ਕਰ ਲਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤ ਕਬੀਰ ਕਬੀਰ, ਭਾਵ ਕਿ ਪਹਿਲਾਂ ਕਹਿਣ ਮਾਤਰ ਸੀ, ਹੁਣ ਰੋਮ ਰੋਮ ਦੇ ਵਿੱਚ ਉਸ ਪਰਮੇਸ਼ਰ ਦੀ ਕੀਰਤੀ ਪ੍ਰਗਟ ਹੁੰਦੀ ਹੈ। ਅਤੇ ਜਿਹੜਾ ਵੀ ਮੇਰਾ ਜਿਹੜਾ ਮਨ ਨਿਰਮਲ ਹੋਇਆ ਮੇਰੇ ਸੰਪਰਕ ਵਿੱਚ ਆਉਂਦਾ ਹੈ ਅਤੇ ਉਹ ਬੰਦਗੀ ਜੇ ਭਗਤੀ ਦੇ ਉੱਚੀ ਅਵਸਥਾ ਨੂੰ ਜਾਣ ਲੈਂਦਾ ਹੈ, ਉਹ ਫਿਰ ਕਹਿੰਦਾ ਤੀਰਥ ਨਹੀਂ ਬੰਦਗੀ ਵੱਡੀ ਹੈ। ਅਤੇ ਬੰਦਗੀ ਭਾਵ ਕਿ ਜੇ ਕਬੀਰ ਅਕਾਲ ਪੁਰਖ ਦੇ ਨਾਲ ਜੁੜੋਗੇ ਤਾਂ ਸਾਰਿਆਂ ਦਾ ਜੀਵਨ ਭਗਤ ਕਬੀਰ ਜੀ ਵਾਂਗ ਧਨ ਅਤੇ ਨਿਰਮਲ ਹੋ ਜਾਏਗਾ। ਕਬੀਰ ਹਰਦੀ ਪੀਅਰੀ ਚੂਨਾ ਊਜਲ ਪਾਏ। ਹੁਣ ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਹਰਦੀ ਪੀਅਰੀ। ਹਰਦੀ ਦਾ ਭਾਵ ਹਲਦੀ, ਪੀਅਰੀ ਦਾ ਭਾਵ ਪੀਲੀ ਹੁੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੂਨਾ ਉਜਲ ਪਾਏ, ਅਤੇ ਜਿਹੜਾ ਚੂਨਾ ਹੈ ਉਹ ਚਿੱਟਾ ਹੈ, ਉਜਲ ਹੁੰਦਾ ਹੈ। ਰਾਮ ਸਨੇਹੀ ਤਉ ਮਿਲੈ ਦੋਨੋਂ ਬਰਨ ਗਵਾਏ। ਕਹਿੰਦੇ ਜੇ ਪਰਮੇਸ਼ਰ ਦੀ ਚਰਨਾਂ ਦੇ ਨਾਲ ਪਿਆਰ ਪੈ ਜਾਏ, ਸਨੇਹ ਭਾਵ ਪ੍ਰੀਤ ਪੈਦਾ ਹੋ ਜਾਏ, ਦੋਨੋਂ ਬਰਨ ਗਵਾਏ, ਅਤੇ ਦੋਵੇਂ ਭਾਵ ਜਾਂਦੇ ਰਹਿੰਦੇ ਹਨ। ਹੁਣ ਇਸ ਸ਼ਲੋਕ ਨੂੰ ਵਾਚਣ ਦਾ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਕਬੀਰ ਹਰਦੀ ਪੀਅਰੀ, ਜਦੋਂ ਜੀਵ ਵਿਕਾਰਾਂ ਦੇ ਸਹਿਤ ਹੁੰਦਾ ਹੈ, ਜਦੋਂ ਮਾਇਆ ਦੇ ਪ੍ਰਭਾਵ ਵਿੱਚ ਹੈ, ਤਾਂ ਇਹਦਾ ਜੀਵਨ ਹਲਦੀ ਵਰਗਾ ਹੈ, ਪੀਲਾ ਹੈ। ਭਾਵ ਕਿ ਵਿਕਾਰਾਂ ਦੀ ਪਲਿੱਤਣ ਇਹਦੇ ਉੱਪਰ ਛਾਈ ਹੋਈ ਹੈ। ਵਿਕਾਰਾਂ ਦੀ ਜਿਹੜੀ ਪਲਿੱਤਣ ਹੈ ਇਹਨੂੰ ਪੀਲਾ ਰੱਖਦੀ ਹੈ, ਹਰ ਵੇਲੇ ਉਹਦੇ ਵਿੱਚ ਹੀ ਇਹ ਗਲਤਾਨ ਜਿਹਾ ਰਹਿੰਦਾ ਹੈ। ਕਹਿੰਦੇ ਇੱਕ ਪਾਸੇ ਵਿਕਾਰਾਂ ਦੇ ਹੋਣ ਕਰਕੇ ਪੀਲਾ ਹੈ, ਹਲਦੀ ਵਰਗਾ। ਤਾਂ ਇਸੇ ਪ੍ਰਕਾਰ ਜਦੋਂ ਇਹਦੇ ਅੰਦਰ ਅਹੰਕਾਰ ਪੈਦਾ ਹੋ ਜਾਂਦਾ ਉੱਚ ਜਾਤੀ ਦਾ ਜਾਂ ਆਪਣੇ ਕਿਸੇ ਗੁਣ ਆਦਿਕ ਦੀ ਸੰਪਦਾ ਦਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁੰਦਾ ਤਾਂ ਚੂਨੇ ਵਰਗਾ ਹੈ, ਉਜਲ ਹੈ, ਪਰ ਹੰਕਾਰ ਹੋਣ ਕਰਕੇ ਚੂਨੇ ਵਰਗਾ ਹੋ ਜਾਂਦਾ। ਇਸ ਕਰਕੇ ਠੀਕ ਨਹੀਂ ਰਹਿੰਦਾ। ਪਰ ਜੇ ਦੋਵੇਂ ਭਾਵਾਂ ਨੂੰ ਛੱਡ ਦੇਵੇ, ਭਾਵ ਕਿ ਆਪਣੇ ਵਿਕਾਰਾਂ ਦੀ ਹਲਦੀ ਵਰਗੀ ਪਲਿੱਤਣ ਨੂੰ ਵੀ ਛੱਡ ਦੇਵੇ, ਤਾਂ ਇਸੇ ਪ੍ਰਕਾਰ ਚੂਨੇ ਵਰਗੀ ਆਪਣੀ ਜਾਤੀ ਪਾਤੀ ਦੀ ਉੱਚਤਾ ਨੂੰ ਵੀ ਛੱਡ ਦੇਵੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਸਨੇਹੀ ਤਉ ਮਿਲੈ, ਤਾਂ ਪਰਮੇਸ਼ਰ ਦੇ ਭਗਤ ਰੂਪ ਹੋ ਕੇ ਉਹਦੀ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਦੋਨੋਂ ਵਰਨ ਗਵਾਏ, ਅਤੇ ਇਹ ਦੋਵੇਂ ਵਰਨ ਭਾਵ, ਇਹ ਦੋਵੇਂ ਜਿਹੜੇ ਤਰ੍ਹਾਂ ਦੇ ਭਾਵ ਹਨ, ਇਹਨਾਂ ਨੂੰ ਅਗਰ ਕੋਈ ਗਵਾ ਦੇਵੇ। ਇਸੇ ਪ੍ਰਕਾਰ ਕਿਉਂਕਿ ਦੁਨੀਆ ਉਸ ਸਮੇਂ ਭਗਤ ਕਬੀਰ, ਅੱਜ ਵੀ ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਹੀ ਲੋਕ ਮਿਲਦੇ ਨੇ, ਕੋਈ ਫਰਕ ਜ਼ਿਆਦਾ ਨਹੀਂ ਹੈ। ਇੱਕ ਬਿਲਕੁਲ ਉਹ ਨੇ ਜਿਹੜੇ ਮਾਇਆ ਦੇ ਵਿੱਚ ਗ੍ਰਸਤ ਨੇ ਅਤੇ ਦਿਨ ਰਾਤ ਵਿਕਾਰਾਂ ਦੀ ਮਾਰ ਸਹਿ ਰਹੇ ਨੇ, ਮਾਇਆ ਦੇ ਬਿਖਮਈ ਪ੍ਰਭਾਵ ਦੇ ਵਿੱਚ ਲਿਪਟੇ ਹੋਏ ਨੇ, ਅਤੇ ਜੀਵਨ ਦੀ ਕੋਈ ਪਰਮ ਸੂਝ ਨਹੀਂ ਹੈ ਉਹਨਾਂ ਦੇ ਕੋਲ। ਇੱਕ ਦੂਜੇ ਹਨ ਜਿਹੜੇ ਬੰਦਗੀ ਮਾਰਗ ਦੇ ਵਿੱਚ ਸ਼ਾਮਲ ਹੋ ਗਏ ਨੇ, ਚੂਨੇ ਵਰਗੇ, ਜਿਨ੍ਹਾਂ ਦੇ ਬਸਤਰ ਉੱਜਲ ਹੋ ਗਏ ਨੇ, ਜਿਨ੍ਹਾਂ ਦੀ ਸਾਧਨਾ ਧਰਮ ਦੇ ਵਿੱਚ ਰਹਿ ਕੇ ਉੱਜਲ ਹੈ, ਪਰ ਇੱਕ ਦੁਨੀਆਦਾਰੀ ਦੇ ਵਿੱਚ ਰਹਿ ਕੇ ਹਰਦੀ ਦੀ ਪੀਲੱਤਣ ਵਰਗੇ ਵਿਕਾਰਾਂ ਦੇ ਸਹਿਤ ਹਨ। ਇੱਕ ਧਰਮ ਦੇ ਵਿੱਚ ਸ਼ਾਮਲ ਹੋ ਕੇ ਹੈਗੇ ਚੂਨੇ ਵਰਗੇ ਨੇ ਦਿਖਣ ਵਿੱਚ, ਪਰ ਉਹਨਾਂ ਦਾ ਭਾਵ ਹੈ ਕਿ ਫਿਰ ਉਸੇ ਤਰ੍ਹਾਂ ਦੇ ਹੀ ਹਨ ਕਿ ਜੀਵਨ ਦੇ ਵਿੱਚ ਉੱਚਤਾ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਸਾਰੀ ਵੀ ਇੰਜ ਮੁਕਤ ਹੋਣ ਵਾਲਾ ਨਹੀਂ ਹੈ, ਅਤੇ ਜਿਹੜਾ ਧਰਮ ਦੇ ਵਿੱਚ ਵਿਚਰਨ ਵਾਲਾ ਉਹ ਵੀ ਇਵੇਂ ਮੁਕਤ ਹੋਣ ਵਾਲਾ ਨਹੀਂ ਹੈ। ਸੰਸਾਰੀ ਨੂੰ ਆਪਣੇ ਵਿਕਾਰਾਂ ਦੀ ਪਲਿੱਤਣ ਛੱਡਣੀ ਪਏਗੀ, ਪੀਲਾਪਨ ਛੱਡਣਾ ਪਏਗਾ। ਜਿਵੇਂ ਔਰ ਦੂਜੀ ਗੱਲ ਕਹਿੰਦੇ ਚੂਨਾ ਉਜਲ ਪਾਏ, ਇਹਦਾ ਇੱਕ ਹੋਰ ਵੀ ਪੱਖ ਹੈ ਕਿ ਜਿਹੜਾ ਸਾਡਾ ਅਸਲ ਸਰੂਪ ਹੈ ਉਹ ਚੂਨੇ ਵਰਗਾ ਉਜਲ ਹੈ। ਚੂਨੇ ਵਰਗਾ ਜਿਹੜੀ ਸਾਡਾ ਆਤਮ ਸਰੂਪ ਹੈ ਜਾਂ ਜਿਹੜਾ ਸਾਡੇ ਮਨ ਦਾ ਸਰੂਪ ਹੈ ਉਹ ਬਿਲਕੁਲ ਨਿਰਮਲ ਹੈ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਪੀਲਾਪਣ ਨਹੀਂ ਹੈ।
ਪਰ ਜਦੋਂ ਅਸੀਂ ਆਪਣੇ ਆਤਮ ਦੇ ਸ਼ੁੱਧ ਸਰੂਪ ਨੂੰ ਭੁੱਲ ਜਾਂਦੇ ਹਾਂ ਅਤੇ ਵਿਕਾਰਾਂ ਦੇ ਮਗਰ ਲੱਗ ਤੁਰਦੇ ਹਾਂ ਤਾਂ ਸਾਡੇ ਜੀਵਨ ਦੇ ਅੰਦਰ ਵਿਕਾਰਾਂ ਦੀ ਪੀਲਾਪਨ ਆਉਣਾ ਸ਼ੁਰੂ ਹੋ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਣੇ ਆਤਮ ਸਰੂਪ ਤੋਂ ਪੀਲਾਪਨ ਤਾਂ ਕੱਢਿਆ ਜਾ ਸਕਦਾ ਰਾਮ ਸਨੇਹੀ, ਜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਪਾ ਲਈ ਜਾਵੇ ਅਤੇ ਉਹ ਫਿਰ ਜਦੋਂ ਉਹਦੀ ਕਿਰਪਾ ਰੂਪ ਦੀ ਪ੍ਰਾਪਤੀ ਹੋਵੇ ਫਿਰ ਜੀਵਨ ਨਿਰਮਲ ਹੋ ਜਾਂਦਾ ਅਤੇ ਜੀਵਨ ਦੇ ਵਿੱਚੋਂ ਜਿਹੜੀ ਵਿਕਾਰਾਂ ਦੀ ਮੈਲ ਜਾਂਦੀ ਰਹਿੰਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਕਬੀਰ ਹਰਦੀ ਪੀ ਹਰੀ, ਹਰਦੀ ਪਿਲਤਣ ਵਾਲੀ ਹੈ, ਚੂਨਾ ਉਜਲ ਹੈ। ਅਤੇ ਇਸੇ ਪ੍ਰਕਾਰ ਇਹਦਾ ਪਹਿਲਾ ਭਾਵ ਸੀ ਕਿ ਜੇ ਮਨੁੱਖ ਵਿਕਾਰ ਵੀ ਅਤੇ ਆਪਣੇ ਜਾਤੀ ਪਾਤੀ ਦੀ ਉੱਚਤਾ ਦੀ ਵੀ ਛੱਡ ਦੇਵੇ ਅਤੇ ਕੇਵਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਪਾਲੇ ਤਾਂ ਮੁਕਤ ਹੈ। ਤਾਂ ਦੂਜਾ ਭਾਵ ਸੀ ਇਸੇ ਪ੍ਰਕਾਰ ਕਿ ਸਾਡਾ ਆਤਮ ਸਰੂਪ ਚੂਨੇ ਵਰਗਾ ਉਜਲ ਹੈ, ਪਰ ਅਸੀਂ ਇਹਨੂੰ ਹਲਦੀ ਵਾਂਗ ਪੀਲਾ ਕਰ ਲੈਂਦੇ ਹਾਂ। ਅਤੇ ਜੇ ਦੁਬਾਰਾ ਚੂਨੇ ਵਰਗਾ ਉਜਲ ਕਰਨਾ ਤਾਂ ਰਾਮ ਸਨੇਹੀ, ਤਾਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਪਾਉਣੀ ਪਏਗੀ। ਹੁਣ ਕੋਈ ਸੁਭਾਵਿਕ ਪ੍ਰਸ਼ਨ ਪੈਦਾ ਹੁੰਦਾ ਕਿ ਰਾਮ ਸਨੇਹੀ ਦਾ ਕੀ ਭਾਵ ਹੈ। ਹੁਣ ਜਿਹੜੇ ਬੰਦੇ ਦਾ ਜਿਹਦੇ ਨਾਲ ਜ਼ਿਆਦਾ ਸਨੇਹ ਹੋਵੇ ਨਾ, ਉਹਦੇ 2-3 ਲੱਛਣ ਹੁੰਦੇ ਨੇ। ਜਾਂ ਤਾਂ ਉਹ ਹਰ ਵੇਲੇ ਯਤਨ ਕਰਦਾ ਕਿ ਜਿਹਦੇ ਨਾਲ ਮੇਰਾ ਪ੍ਰੇਮ ਸਨੇਹ ਹੈ ਉਹਦੇ ਨੇੜੇ ਬੈਠਾ ਰਹਾਂ, ਉਹਨੂੰ ਦੇਖਦਾ ਰਹਾਂ। ਜਾਂ ਦੂਜਾ ਕਿ ਜੇ ਉਹਦੇ ਨੇੜੇ ਨਹੀਂ ਬੈਠ ਸਕਦਾ, ਉਹਦੇ ਨਿਕਟ ਬਹਿਣ ਦਾ ਕੋਈ ਮੌਕਾ ਨਹੀਂ ਬਣਦਾ, ਤਾਂ ਫਿਰ ਉਹ ਜਿੱਥੇ ਕਿਤੇ ਦੂਜੀ ਜਗ੍ਹਾ ਵੀ ਬੈਠਾ ਹੋਵੇ ਅਤੇ ਆਪਣੇ ਪਿਆਰੇ ਦਾ ਜਾਂ ਜਿਹੜਾ ਉਹਦੇ ਨਾਲ ਸਨੇਹ ਹੁੰਦਾ ਉਹਦਾ ਜ਼ਿਕਰ ਕਰਦਾ ਰਹਿੰਦਾ ਹੈ। ਜੇ ਉਹਦਾ ਜ਼ਿਕਰ ਨਹੀਂ ਕਰ ਸਕਦਾ, ਮਤਲਬ ਕੋਈ ਜ਼ਿਕਰ ਕਰਨ ਦੇ ਲਈ ਵੀ ਨਹੀਂ ਮਿਲ ਰਿਹਾ, ਤਾਂ ਫਿਰ ਅੰਤਰ ਮਨ ਦੇ ਵਿੱਚ ਉਹਦੇ ਖਿਆਲ ਲੈਂਦਾ ਰਹਿੰਦਾ ਹੈ ਕਿ ਉਹ ਇਸ ਤਰ੍ਹਾਂ ਦਾ ਹੈ, ਬੜਾ ਚੰਗਾ ਹੈ, ਬੜੇ ਗੁਣ ਨੇ ਉਹਦੇ ਵਿੱਚ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੂਨਾ ਉਜਲ ਪਾਏ, ਜਦੋਂ ਮਨੁੱਖ ਨੂੰ ਆਪਣੇ ਜੋਤ ਸਰੂਪ ਦੀ ਪਛਾਣ ਆਉਂਦੀ ਹੈ ਤਾਂ ਫਿਰ ਉਹ ਪ੍ਰਭੂ ਦੀ ਕੀਰਤੀ ਕਰਦਾ, ਉਹੋ ਜਿਹੇ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਬੈਠਦਾ ਹੈ ਤਾਂ ਕਿ ਰਾਮ ਦੇ ਨਾਲ ਸਨੇਹ ਪੈਦਾ ਹੋ ਜਾਵੇ ਕਿ ਇਹ ਵੀ ਜਾਣੂ ਹਨ ਉਹਦੇ ਤੋਂ, ਪਰਮੇਸ਼ਰ ਦੀ ਬੰਦਗੀ ਤੋਂ, ਸਿਫਤ ਸਲਾਹ ਤੋਂ। ਮੇਰਾ ਵੀ ਉਹਦੇ ਵਾਲੇ ਪਾਸੇ ਸਾਧਨ, ਇਸ ਕਰਕੇ ਉਹਨਾਂ ਦੇ ਨਿਕਟ ਬੈਠਦਾ ਹੈ। ਜੇ ਉਹ ਨਿਕਟ ਨਹੀਂ ਬੈਠ ਸਕਦਾ ਤਾਂ ਫਿਰ ਉਹ ਪਰਮੇਸ਼ਰ ਦੇ ਗੁਣਾਂ ਦੀ ਚਰਚਾ ਕਰਦਾ ਹੈ, ਭਾਵ ਕਿ ਸਤ ਸੰਗਤ ਰੂਪ ਵਿੱਚ ਬੈਠ ਕੇ ਜਾਂ ਇਕੱਲਾ ਵੀ ਬੈਠ ਕੇ। ਜੇ ਇਸ ਤਰ੍ਹਾਂ ਦਾ ਵੀ ਨਹੀਂ ਸੰਭਵ ਹੁੰਦਾ ਤਾਂ ਉਹ ਅੰਤਰ ਮਨ ਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਦੇ ਖਿਆਲ ਚਿਤਵਦਾ ਰਹਿੰਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਰਾਮ ਦਾ ਸਨੇਹੀ ਬਣ ਜਾਂਦਾ ਹੈ, ਉਹਦੇ ਅੰਦਰੋਂ ਦੋਵੇਂ ਭਾਵ ਜਾਂਦੇ ਰਹਿੰਦੇ ਹਨ। ਕਬੀਰ ਹਰਦੀ ਪੀ ਰਤਨ ਹਰੈ, ਚੂਨ ਚਿਹਨ ਨਾ ਰਹਾਏ। ਤਾਂ ਇਸੇ ਪ੍ਰਕਾਰ ਅਗਲਾ ਪੱਖ ਹੋਰ ਵਿਕਸਿਤ ਪੱਖ ਸਮਝਾਉਂਦੇ ਸਨ ਭਗਤ ਕਬੀਰ ਸਾਹਿਬ ਜੀ। ਕਹਿੰਦੇ ਹਲਦੀ ਪੀਲੀ ਹੈ, ਚੂਨਾ ਜਿਹੜਾ ਹੈ ਉਜਲ ਹੁੰਦਾ ਹੈ, ਸਫੈਦ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰਦੀ ਪੀ ਰਤਨ ਹਰੈ। ਜਿਵੇਂ ਅਸੀਂ ਅੱਜ ਕੱਲ੍ਹ ਸ਼ਬਦ ਵਰਤਦੇ ਹਾਂ ਪੀਲੱਤਣ, ਪੀਲਾਪਨ ਕਹਿਣ ਦੇ ਲਈ, ਤਾਂ ਹਲਦੀ ਦੇ ਲਈ ਅਸੀਂ ਹਲਦੀ ਸ਼ਬਦ ਵਰਤਦੇ ਹਾਂ, ਪਰ ਗੁਰਬਾਣੀ 'ਚ ਭਗਤ ਸ਼ਲੋਕਾਂ ਦੇ ਵਿੱਚ ਹਰਦੀ ਆਇਆ ਹੈ। ਮਤਲਬ ਇਹ ਵੀ ਸਾਡੇ ਗਿਆਨ ਦਾ ਇੱਕ ਪੱਖ ਹੋ ਸਕਦਾ ਹੈ। ਜਿਵੇਂ ਅਸੀਂ ਗੁਰਬਾਣੀ ਦੀ ਸ਼ਬਦਾਵਲੀ ਦਾ ਥੋੜ੍ਹਾ ਪ੍ਰਯੋਗ ਕਰਨਾ ਸ਼ੁਰੂ ਕਰੀਏ ਨਾ, ਤਾਂ ਇਹਦੇ ਨਾਲ ਸਾਨੂੰ ਗੁਰਬਾਣੀ ਦੀ ਅੰਡਰਸਟੈਂਡਿੰਗ ਜ਼ਿਆਦਾ ਵਧੀਆ ਆਉਣ ਲੱਗ ਪਏਗੀ। ਜਿਵੇਂ ਅਸੀਂ ਸ਼ਬਦ ਵਰਤਦੇ ਹਾਂ ਸਾਰੇ, ਪਰ ਗੁਰਬਾਣੀ 'ਚ ਸ਼ਬਦ ਆਉਂਦਾ ਸਗਲੇ, ਸਗਲੇ ਜੀ ਤੁਮਾਰੇ। ਜਿਵੇਂ ਅਸੀਂ ਸ਼ਬਦ ਵਰਤਦੇ ਹਾਂ ਹੋਰ ਬੜੇ ਇਸ ਤਰ੍ਹਾਂ ਦੇ ਸ਼ਬਦ, ਜਿਵੇਂ ਤਾਕਤ ਸ਼ਬਦ ਵਰਤਦੇ ਹਾਂ, ਪਰ ਗੁਰਬਾਣੀ 'ਚ ਸ਼ਬਦ ਆਉਂਦਾ ਤਾਣ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰਦੀ, ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਅੱਜ ਸਾਨੂੰ ਕਿਉਂ ਨਹੀਂ ਸਮਝ ਆ ਰਹੀ ਗੁਰਬਾਣੀ ਦੀ ਵਿਆਖਿਆ ਦੀ, ਕਿ ਅੱਜ ਅਸੀਂ ਪੀਲੱਤਣ ਸ਼ਬਦ ਵਰਤਦੇ ਹਾਂ ਪਰ ਗੁਰਬਾਣੀ ਦੇ ਵਿੱਚ ਪੀਰਤਨ ਆਇਆ ਹੈ। ਮਤਲਬ ਥੋੜ੍ਹੇ ਜਿਹੇ ਫਰਕ ਦੇ ਨਾਲ ਭਾਸ਼ਾ ਦਾ ਫਰਕ ਹੈ, ਪਰ ਭਾਵ ਉਹੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਲਦੀ ਉਦੋਂ ਪੀਲਾਪਣ ਹਲਦੀ ਦਾ ਨਹੀਂ ਰਹਿੰਦਾ, ਚੂਨੇ ਦਾ ਉਦੋਂ ਚਿੱਟਾਪਣ ਨਹੀਂ ਰਹਿੰਦਾ, ਜਦੋਂ ਇਹ ਦੋਵੇਂ ਮਿਲ ਜਾਂਦੇ ਹਨ। ਕਹਿੰਦੇ ਹਲਦੀ ਅਤੇ ਚੂਨਾ ਮਿਲਾ ਦਈਏ ਨਾ, ਅਤੇ ਇਹਨਾਂ ਦੋਵਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਰਲਾ ਦਈਏ, ਤਾਂ ਫਿਰ ਥੋੜ੍ਹਾ ਜਲ ਪਾ ਕੇ ਫਿਰ ਲਾਇਆ ਜਾਵੇ ਤਾਂ ਕਹਿੰਦੇ ਇਹਦਾ ਰੰਗ ਲਾਲ ਬਣ ਜਾਂਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰਦੀ ਪੀ ਰਤਨ ਹਰੈ, ਜਿਹੜਾ ਮਨ ਵਿਕਾਰਾਂ ਦੇ ਸਹਿਤ ਪੀਲਾ ਹੋਇਆ ਹੈ। ਤਾਂ ਇਸੇ ਪ੍ਰਕਾਰ ਜੇ ਉਹਨੂੰ ਗੁਰੂ ਰੂਪ ਦੀ ਸ਼ਰਨ, ਗੁਰੂ ਦੇ ਉਪਦੇਸ਼ ਦੇ ਵਿੱਚ ਮਿਲਾ ਲਿਆ ਜਾਵੇ, ਅਤੇ ਗੁਰੂ ਕਾ ਉਪਦੇਸ਼ ਜਿਹੜਾ ਨਿਰਮਲ ਉਜਲ ਕਰਨ ਵਾਲਾ ਹੈ ਉਹਦੇ ਨਾਲ ਕਹਿੰਦੇ ਰਲਾ ਕੇ ਚੰਗੀ ਤਰ੍ਹਾਂ ਰਲਾਇਆ ਜਾਵੇ, ਤਾਂ ਇਹਦਾ ਲਾਲ ਰੰਗ ਹੋ ਜਾਂਦਾ, ਭਾਵ ਕਿ ਉਂਝ ਜਿਹੜਾ ਪੀਲਾ ਰੰਗ ਹੈ ਉਹ ਵੀ ਖਤਮ ਹੋਣ ਵਾਲਾ ਹੈ। ਤਾਂ ਇਸੇ ਪ੍ਰਕਾਰ ਜਿਹੜਾ
ਚੂਨੇ ਦਾ ਚਿੱਟਾ ਹੋਣਾ ਹੈ ਉਹ ਹਲਦੀ ਨੂੰ ਲਾਲ ਰੰਗ ਦੇ ਦਿੰਦਾ, ਭਾਵ ਕਿ ਇੱਕ ਰਸ ਕਰ ਦਿੰਦਾ, ਦੋਵੇਂ ਰਲ ਕੇ ਇੱਕ ਰਸ ਹੋ ਜਾਂਦੇ ਨੇ, ਇੱਕ ਰੰਗ ਹੋ ਜਾਂਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਲਹਾਰੀ ਇਹ ਪ੍ਰੀਤ ਕਉ ਜਿਹੇ ਜਾਤ ਵਰਨ ਕੁਲ ਜਾਏ। ਤੇ ਪਰਮੇਸ਼ਰ ਦੀ ਇਸ ਪ੍ਰੀਤ ਤੋਂ, ਉਸ ਬੰਦਗੀ ਦੀ ਪ੍ਰੇਮ ਭਰੀ ਸਾਧਨਾ ਤੋਂ ਬਲਹਾਰ ਜਾਣਾ ਚਾਹੀਦਾ, ਜਿਹਦੇ ਨਾਲ ਮਨੁੱਖ ਚੱਲ ਕੇ ਮਨੁੱਖ ਦੀ ਜਾਤ ਦਾ ਨੀਵਾਂਪਨ ਵੀ ਜਾਂਦਾ ਰਹਿੰਦਾ। ਅਤੇ ਵਰਨ ਦਾ ਭਾਵ ਜਿਹੜੇ ਆਸ਼ਰਮ ਵਰਨ ਦੇ ਵਿੱਚ ਨੀਵਾਂ ਕੁੱਲ ਗਿਣਿਆ ਜਾਂਦਾ ਸੀ ਉਹ ਵੀ ਭਾਵ ਜਾਂਦਾ ਰਹਿੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੀ ਪ੍ਰੀਤ ਤੋਂ ਬਲਹਾਰ ਜਾਣਾ ਚਾਹੀਦਾ ਹੈ ਕਿ ਜਿਵੇਂ ਇਹਦਾ ਸ਼ਲੋਕ ਦਾ ਅਧਿਆਤਮ ਭਾਵ ਇਹ ਬਣਦਾ ਹੈ ਕਿ ਅਸੀਂ ਰੋਜ਼ਾਨਾ ਗੁਰੂ ਕੀ ਸੰਗਤ ਵਿੱਚ ਬੈਠਦੇ ਹਾਂ। ਜ਼ਰੂਰੀ ਨਹੀਂ ਕਿ ਸਾਡਾ ਸਾਰਿਆਂ ਦਾ ਮਨ ਨਿਰਮਲ ਹੋਵੇ ਜਾਂ ਅਸੀਂ ਬਿਲਕੁਲ ਹੀ ਨਿਰਮਲ ਹੋਈਏ, ਮਲੀਨ ਹੋ ਸਕਦੇ ਹਾਂ ਕਿਸੇ ਹੱਦ ਤੱਕ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਆਪਣੇ ਪੀਲੇ ਮਨ ਨੂੰ ਅਗਰ ਰੋਜ਼ਾਨਾ ਗੁਰੂ ਸ਼ਬਦ ਦਾ ਜਿਹੜਾ ਨਿਰਮਲ ਰੂਪ ਚੂਨਾ ਜੇ ਉਹਦੇ ਨਾਲ ਮਿਲਾਇਆ ਜਾਵੇ, ਭਾਵ ਕਿ ਪ੍ਰੀਤ ਕਰਕੇ ਰੋਜ਼ਾਨਾ ਆਪਣਾ ਪੀਲਾਪਨ, ਜਿਵੇਂ ਹੁਣ ਅਸੀਂ 40-45 ਮਿੰਟ ਕਥਾ ਸੁਣਦੇ ਤਾਂ ਇਹਦਾ ਇੱਕ ਭਾਵ ਇਹ ਵੀ ਹੈ ਕਿ ਸਮਝ ਲਓ ਕਿ ਅਸੀਂ 45 ਮਿੰਟ ਮਨ ਗੁਰੂ ਸ਼ਬਦ ਵਿਚਾਰ ਨੂੰ ਅਰਪਣ ਕੀਤਾ ਹੋਇਆ ਹੈ। ਤਾਂ ਇੰਨੇ ਸਮੇਂ ਦੇ ਵਿੱਚ ਗੁਰੂ ਸ਼ਬਦ ਵਿਚਾਰ ਸਾਨੂੰ ਨਿਰਮਲ ਕਰੇਗੀ। ਹੁਣ ਕਿਵੇਂ ਕਰੇਗੀ, ਇਹਦਾ ਵੀ ਇੱਕ ਭਾਵ ਹੈ ਕਿ ਜਿਹੜੀ ਸ਼ਬਦ ਵਿਚਾਰ ਸਰਵਣ ਕੀਤੀ, ਮੈਂ ਅੱਗੇ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਕਿ ਸਤਸੰਗੀ ਮਨੁੱਖ ਇੱਕ ਵਿਦਿਆਰਥੀ ਵਰਗਾ ਹੀ ਹੁੰਦਾ ਹੈ। ਇਹ ਕਦੀ ਨਾ ਸਮਝ ਲੈਣਾ ਕਿ ਜੇ ਮੈਂ ਸਵੇਰੇ ਸਤਸੰਗਤ ਕਰ ਲੈਣਾ ਤਾਂ ਬਾਕੀ ਸਾਰਾ ਦਿਨ ਮੈਨੂੰ ਕੋਈ ਸੁਚੇਤ ਰਹਿਣ ਦੀ ਲੋੜ ਨਹੀਂ ਹੈ। ਇੱਕ ਵਿਦਿਆਰਥੀ ਅਗਰ 6-7 ਘੰਟੇ ਸਕੂਲ 'ਚ ਪੜ੍ਹਦਾ ਹੈ ਤਾਂ ਉਹ ਬਕਾਇਦਾ ਟਿਊਸ਼ਨ ਵੀ ਲੈਂਦਾ ਕਿ ਪੜ੍ਹਾਈ 'ਚ ਜ਼ਿਆਦਾ ਤਰੱਕੀ ਹੋ ਜਾਏ, ਜਾਂ ਜਿਹੜੀ ਗੱਲ ਨਹੀਂ ਸਮਝ ਆਈ ਉਹ ਵੀ ਸਮਝੀ ਜਾ ਸਕੇ। ਇਹ ਮੈਂ ਕਈ ਵਾਰੀ ਦੇਖਦਾ ਕਿ ਅਸੀਂ ਸਤਸੰਗਤ ਦੀ ਵੀ ਅਜੇ ਸਾਨੂੰ ਪੂਰੀ ਪਰਿਭਾਸ਼ਾ ਨਹੀਂ ਸਮਝ ਆ ਰਹੀ ਕਿ ਜੇ ਹੁਣ ਉਦਾਹਰਨ ਦੇ ਤੌਰ 'ਤੇ ਉਂਝ ਸਾਡਾ ਕੀ ਸਬਰ ਰਿਹਾ। ਇਹ ਥੋੜ੍ਹਾ ਕਿ ਤੁਹਾਨੂੰ ਗੁਰੂ ਘਰ ਆਉਣ ਦੇ ਨਾਲ ਬਹੁਤ ਸਾਰਾ ਧਨ ਮਿਲ ਜਾਏਗਾ, ਤੁਸੀਂ 45 ਮਿੰਟ ਬੈਠੋਗੇ, ਪਰ ਇਹਦਾ ਦੂਜਾ ਪੱਖ ਹੈ ਕਿ ਸਮੁੱਚਾ ਜੀਵਨ ਨਿਰਮਲ ਹੋ ਜਾਏਗਾ ਅਤੇ ਉਹਦੇ ਲਈ ਇਹਨੂੰ ਓਨਾ ਸਮਾਂ ਦੇਣਾ ਹੀ ਪਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਲਹਾਰੀ ਇਹ ਪ੍ਰੀਤ ਕਉ, ਐਸੀ ਪ੍ਰੀਤ ਕਿ ਆਪਣਾ ਪੀਲਾ ਮਨ ਗੁਰੂ ਨੂੰ ਭੇਟ ਕੀਤਾ ਸ਼ਬਦ ਵਿਚਾਰ ਦੇ ਰੂਪ ਵਿੱਚ। ਸ਼ਬਦ ਵਿਚਾਰ ਨੂੰ ਸੁਣਨ ਦੇ ਨੁਕਤੇ ਤੋਂ ਤਾਂ ਕਹਿੰਦੇ ਗੁਰੂ ਸ਼ਬਦ ਦੇ ਪ੍ਰਭਾਵ ਦੇ ਨਾਲ ਮਿਲਾਇਆ ਤਾਂ ਚੂਨਾ ਗਿਆ ਉਹਦੇ ਵਿੱਚ ਸ਼ੁਰੂ ਸ਼ਬਦ ਦਾ ਨਿਰਮਲ ਰੂਪ, ਅਤੇ ਉਹਨੇ ਹੌਲੀ ਹੌਲੀ ਮਨ ਨੂੰ ਵੀ ਨਿਰਮਲ ਕਰ ਦਿੱਤਾ, ਭਾਵ ਇੱਕ ਰਸ ਕਰ ਦਿੱਤਾ ਕਿ ਜਿਵੇਂ ਦਾ ਪਰਮੇਸ਼ਰ ਦਾ ਸਰੂਪ ਆਪ ਹੈ ਉਵੇਂ ਦਾ ਸਾਡੇ ਵਿਕਾਰੀ ਮਨ ਨੂੰ ਸੋਧ ਕੇ ਪਰਮੇਸ਼ਰ ਨੇ ਥਾਪ ਲਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਲਹਾਰੀ ਇਹ ਪ੍ਰੀਤ ਕਉ ਜਿਹੇ ਜਾਤ ਵਰਨ ਕੁਲ ਜਾਏ। ਕਿੱਡੀ ਚੰਗੀ ਗੱਲ ਹੈ ਕਿ ਮੇਰੇ ਪੀਲੇਪਨ ਨੂੰ ਛੱਡ ਕੇ ਮੈਨੂੰ ਮਜੀਠ ਰੰਗ ਦੇ ਦਿੱਤਾ ਹੈ। ਮਜੀਠ ਦਾ ਭਾਵ ਕਿ ਪੱਕਾ ਰੰਗ ਦੇ ਦਿੱਤਾ ਹੈ, ਜਿਹੜਾ ਕਦੀ ਡੋਲਣ ਵਾਲਾ ਨਹੀਂ ਹੈ। ਹੁਣ ਇਸ ਤਰ੍ਹਾਂ ਪੀਲਾ, ਜਿਵੇਂ ਹੁਣ ਅਸੀਂ ਕਈ ਵਾਰੀ ਪੀਲੀ ਦਸਤਾਰ ਲੈ ਲੈਂਦੇ ਜਾਂ ਕੋਈ ਪੀਲਾ ਕੱਪੜਾ ਹੈ, ਉਹਦਾ ਥੋੜ੍ਹਾ ਜਿਹੜਾ ਰੰਗ ਦਾ ਭਾਵ ਉਤਰਦਾ ਰਹਿੰਦਾ, ਬਦਲਦਾ ਰਹਿੰਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮਨ ਵਿਕਾਰਾਂ ਦੀ ਪਲੱਤਣ ਸਹਿਤ ਹੈ, ਭਾਵੇਂ ਇਹਨੂੰ ਰੋਜ਼ ਵਿਕਾਰਾਂ ਦੇ ਪੀੜੇਪਨ ਦੇ ਨਾਲ ਰੰਗਦੇ ਰਹੀਏ, ਪਰ ਇਹਦੀ ਕੋਈ ਨਾ ਕੋਈ ਭਾਅ ਲੈਂਦੀ ਹੀ ਰਹੇਗੀ। ਇਸ ਕਰਕੇ ਇਹਨੂੰ ਉਹ ਰੰਗ ਚੜ੍ਹਾਉਣਾ ਜ਼ਰੂਰੀ ਹੈ ਜਿਹੜਾ ਉਤਰਦਾ ਨਹੀਂ ਹੈ। ਤਾਂ ਉਹ ਮਜੀਠ ਰੰਗ ਪਰਮੇਸ਼ਰ ਦੀ ਪ੍ਰੀਤ ਦੇ ਸਿਲਸਿਲੇ ਦੇ ਉੱਪਰ ਚੱਲਣ ਦੇ ਨਾਲ ਹੀ ਕਮਾਇਆ ਜਾ ਸਕਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਲਹਾਰੀ। ਔਰ ਜਦੋਂ ਬਲਹਾਰੀ ਸ਼ਬਦ ਵਰਤਿਆ, ਇਹਦਾ ਮਤਲਬ ਹੈ ਕਿ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਜੀਵਨ ਦੀ ਦੋਵੇਂ ਅਵਸਥਾ ਦੇ ਅਨੁਭਵ ਇਕੱਠੇ ਹੀ ਸਾਂਝੇ ਕੀਤੇ ਨੇ। ਇਕੱਠੇ ਸਾਂਝੇ ਕਰਨ ਦਾ ਮਤਲਬ ਸ਼ਬਦ ਪਹਿਲਾਂ ਜ਼ਿਕਰ ਹੈ ਨਾ, ਮਨ ਨਿਰਮਲ ਪਿਆ। ਇਹਦਾ ਮਤਲਬ ਹੈ ਕਿ ਜਦੋਂ ਮਨ ਨਿਰਮਲ ਹੋਇਆ ਅਤੇ ਹੁਣ ਉਸ ਨਿਰਮਲ ਮਨ ਦਾ ਅਨੁਭਵ ਦੋ ਤਰੀਕਿਆਂ ਦੇ ਨਾਲ ਸਾਡੇ ਸਾਹਮਣੇ ਰੱਖਿਆ। ਇੱਕ ਤਾਂ ਗੰਗਾ ਦੇ ਜਲ ਦਾ ਰੂਪਕ ਦੇ ਕੇ ਕਿ ਜਿਵੇਂ ਗੰਗਾ ਦਾ ਜਲ ਨਿਰਮਲ ਹੈ, ਇੱਕ ਰੱਖਿਆ ਜਿਵੇਂ ਹਰਦੀ ਅਤੇ ਚੂਨਾ ਮਿਲ ਜਾਂਦੇ ਨੇ ਅਤੇ ਲਾਲ ਰੰਗ ਦੇ ਹੋ ਜਾਂਦੇ ਨੇ ਅਤੇ ਹਰਦੀ ਦਾ ਪੀਲਾਪਣ ਜਾਂਦਾ ਰਹਿੰਦਾ ਹੈ। ਇਸੇ ਪ੍ਰਕਾਰ ਬਲਹਾਰੀ ਇਸ ਪ੍ਰੀਤ ਕੋ ਕਿ ਦੁਨੀਆ ਦੀ ਪ੍ਰੀਤ ਪਾਉਂਦੇ ਹਾਂ ਤਾਂ ਦੁਨੀਆ ਦੀ ਪ੍ਰੀਤ ਵਿੱਚ ਪਾਪਾਂ ਦੇ ਨਾਲ ਭਰਦੇ ਹਾਂ। ਹੁਣ ਮਨੁੱਖ ਕਹੇਗਾ ਦੁਨੀਆ ਦੀ ਪ੍ਰੀਤ ਵਿੱਚ ਪਾਪਾਂ ਨਾਲ ਬੰਦਾ ਕਿਵੇਂ ਭਰ ਜਾਂਦਾ ਹੈ? ਬੰਦੇ ਦਾ ਆਪਣੀ ਔਲਾਦ ਪਰਿਵਾਰ ਦੇ ਨਾਲ ਬੜਾ ਸਨੇਹ ਹੁੰਦਾ ਹੈ। ਫਿਰ ਜਦੋਂ ਸਨੇਹ ਹੁੰਦਾ ਫਿਰ ਉਹਨਾਂ ਦੀ ਹਰੇਕ ਗਰਜ ਲੋੜ ਪੂਰੀ ਕਰਨੀ ਚਾਹੁੰਦਾ ਹੈ, ਅਤੇ ਕਈ ਵਾਰੀ ਜਿੰਨੇ ਕੁ ਸਾਧਨ ਪ੍ਰਾਪਤ ਹੁੰਦੇ ਨੇ ਉਹਨਾਂ ਦੇ ਨਾਲ ਉਹਦੀਆਂ ਗਰਜਾਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ, ਅਤੇ ਫਿਰ ਉਸ ਸਨੇਹ ਦੇ ਵਿੱਚ ਬੱਝਾ ਹੋਇਆ ਪ੍ਰਪੰਚ ਕਰਕੇ ਪਾਪ ਕਰਦਾ ਹੈ। ਅਤੇ ਫਿਰ ਉਹਦੀ ਜਦੋਂ ਪਾਪ ਕਰਦਾ ਅੰਤਰ ਮਨ ਦੇ ਵਿੱਚ ਮੈਲ ਭਰੀ ਜਾਂਦੀ ਹੈ। ਪਰ ਜਦੋਂ ਪਰਮੇਸ਼ਰੀ ਜਿਵੇਂ ਦੁਨੀਆਦਾਰੀ ਦੇ ਵਿੱਚ ਆਪਣੇ ਘਰ ਦੀ ਸਫਲਤਾ ਲਈ ਕਿਸੇ ਦੀ ਖੁਸ਼ਾਮਦੀ ਕਰਦਾ, ਕਿਸੇ ਦੀ ਨਿੰਦਿਆ ਕਰਨੀ ਪੈਂਦੀ, ਕਿਸੇ ਦੀ ਮਾਣ ਹਾਨੀ ਕਰਨੀ ਪੈਂਦੀ ਹੈ ਦੁਨਿਆਵੀ ਲਾਭ ਖਾਤਰ, ਦੁਨਿਆਵੀ ਪ੍ਰੀਤ ਨੂੰ ਨਿਭਾਉਣ ਖਾਤਰ। ਜਿਵੇਂ ਇਸੇ ਪ੍ਰਕਾਰ ਜਿਵੇਂ ਅੱਜ ਕੱਲ੍ਹ ਦੁਨੀਆਦਾਰੀ ਦਾ ਇੱਕ ਦਸਤੂਰ ਹੈ,
ਇੱਕ ਦੇ ਨਾਲ ਪ੍ਰੀਤ ਹੈ ਤੇ ਉਹਨੂੰ ਜਤਾਉਣਾ ਹੈ ਕਿ ਮੇਰੀ ਤੇਰੇ ਨਾਲ ਪ੍ਰੀਤ ਹੈ। ਤੀਜੇ ਦੀ ਨਿੰਦਿਆ ਦਾ ਸਹਾਰਾ ਲਿਆ ਜਾਂਦਾ। ਕਿਸੇ ਦੇ ਨਾਲ ਕੋਈ ਵਾਰਤਾਲਾਪ ਕਿਸੇ ਦੇ ਨਾਲ ਚੱਲ ਰਹੀ ਸੀ, ਉਹ ਬਹੁਤ ਜ਼ਿਆਦਾ ਬੋਲ ਰਿਹਾ ਸੀ, ਸੋ ਮੈਂ ਸੁਭਾਵਿਕ ਹੀ ਅੰਦਾਜ਼ਾ ਲਗਾਉਂਦਾ ਜਾ ਰਿਹਾ ਸਾਂ ਕਿ ਠੀਕ ਐਸਾ ਹੀ ਹੋਏਗਾ ਕਿ ਠੀਕ ਹੈ ਤੇਰੀ ਕਿਸੇ ਦੇ ਨਾਲ ਪ੍ਰੀਤ ਹੈ, ਤਾਂ ਉਸ ਪ੍ਰੀਤ ਨੂੰ ਤੂੰ ਆਪਣੇ ਕਿਸੇ ਹੋਰ ਭਾਵ ਦੁਆਰਾ ਪ੍ਰਗਟ ਕਰ, ਪਰ ਮਨੁੱਖ ਇਉਂ ਪ੍ਰਗਟ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਇਸ ਪ੍ਰੀਤ ਤੋਂ, ਜਿਵੇਂ ਗੁਰਬਾਣੀ 'ਚ ਵਾਕ ਹੈ ਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹ ਜਪਿਓ ਸਿਰਜਣਹਾਰ, ਕਹਿੰਦੇ ਇਸੇ ਪ੍ਰਕਾਰ ਜਦੋਂ ਦਾ ਪ੍ਰਭੂ ਭਗਤੀ ਦੇ ਵਿੱਚ ਭੇਦ ਹੋ ਗਿਆ, ਜਿਵੇਂ ਜਿਵੇਂ ਬੰਦਗੀ ਦਾ ਮੁਕਾਮ ਉੱਚਾ ਹੁੰਦਾ ਜਾ ਰਿਹਾ ਹੈ, ਗਿਆਨ ਦੇ ਸਹਿਤ ਜੀਵਨ ਬੜਾ ਨਿਰਮਲ ਹੁੰਦਾ ਜਾ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਕਾਂ ਨੂੰ ਖਿਆਲ ਹੀ ਭੁੱਲ ਗਿਆ ਕਿ ਮੈਂ ਸ਼ੂਦਰ ਕੁਲ ਵਿੱਚੋਂ ਹਾਂ ਅਤੇ ਮੈਂ ਜੁਲਾਹਿਆਂ ਦੀ ਕਿਰਤ ਕਰਦਾ ਅਤੇ ਮੇਰੀ ਕਿਰਤ ਮੇਰੀ ਸ਼੍ਰੇਣੀ ਨੂੰ ਨੀਵਾਂ ਗਿਣਿਆ ਜਾਂਦਾ ਹੈ। ਕਹਿੰਦੇ ਲੋਕਾਂ ਨੂੰ ਇਹ ਖਿਆਲ ਭੁੱਲ ਹੀ ਗਿਆ ਹੈ ਅਤੇ ਪਰਮੇਸ਼ਰ ਦੀ ਪ੍ਰੀਤ ਵਿੱਚ ਜੁੜੇ ਹੁਣ ਮੈਨੂੰ ਉਹ ਕਬੀਰ ਕਰਕੇ ਜਾਣਦੇ ਨੇ। ਕੋਈ ਕਬੀਰ ਜੁਲਾਹਾ ਕਰਕੇ ਜਾਂ ਕਬੀਰ ਸ਼ੂਦਰ ਕਰਕੇ ਨਹੀਂ ਕਹਿੰਦਾ। ਦਰਅਸਲ ਹੁਣ ਪਰਮੇਸ਼ਰ ਦੀ ਬੰਦਗੀ ਵਿੱਚ ਭੇਦ ਹੋਣ ਕਰਕੇ ਜਿਵੇਂ ਚੂਨੇ ਨੂੰ ਲੋਕ ਸਫੈਦ ਜਾਣਦੇ ਹਨ, ਉੱਜਲ ਜਾਣਦੇ ਹਨ, ਇਵੇਂ ਪ੍ਰਭੂ ਦੇ ਨਾਲ ਪ੍ਰੀਤ ਪਾਉਣ ਕਰਕੇ ਮੇਰਾ ਜੀਵਨ ਬੜਾ ਉੱਜਲ ਹੋ ਗਿਆ ਅਤੇ ਸਾਰੇ ਹੁਣ ਮੈਨੂੰ ਉੱਤਮ ਰੂਪ ਕਰਕੇ ਪਰਮੇਸ਼ਰ ਦਾ ਭਗਤ ਗਿਆਨੀ ਪੁਰਖ ਕਰਕੇ ਨਿਰਮਲ ਜੀਵਨ ਵਾਲਾ ਕਰਕੇ ਜਾਣਦੇ ਹਨ। ਇਸ ਕਰਕੇ ਮੈਂ ਪਰਮੇਸ਼ਰ ਦੀ ਇਸ ਪ੍ਰੀਤ ਤੋਂ, ਸਾਧਨਾ ਤੋਂ ਕੁਰਬਾਨ ਜਾਨਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸਲੋਕਾਂ ਦੁਆਰਾ ਸਾਨੂੰ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਕੇਵਲ ਤੀਰਥ ਇਸ਼ਨਾਨਾਂ ਦੇ ਭਰਮਣ ਦੇ ਨਾਲ ਕਰਨ ਦੇ ਨਾਲ ਮੁਕਤੀ ਨਹੀਂ ਹੈ, ਮੁਕਤੀ ਅੰਤਰ ਮਨ ਦੀ ਸਾਧਨਾ ਕਰਨ ਦੇ ਨਾਲ। ਅਤੇ ਇਸ ਕਰਕੇ ਗਿਆਨਮਈ ਇਸ਼ਨਾਨ ਵੀ ਗੁਰਬਾਣੀ ਦੀ ਸ਼ਬਦ ਵਿਚਾਰ ਦੇ ਨਾਲ, ਗੁਰੂ ਉਪਦੇਸ਼ ਦੇ ਚਿੰਤਨ ਦੇ ਨਾਲ ਜ਼ਰੂਰ ਕਰਨਾ ਚਾਹੀਦਾ। ਅਤੇ ਜਦੋਂ ਮਨ ਨਿਰਮਲ ਹੋ ਜਾਵੇ ਫਿਰ ਹੀ ਪਰਮੇਸ਼ਰ ਦੀ ਜੀਵਨ ਦੀ ਕਿਰਪਾ ਦੇ ਪਾਤਰ ਬਣੀਦਾ ਹੈ। ਅਤੇ ਇਸੇ ਪ੍ਰਕਾਰ ਹਰਦੀ ਵਰਗਾ ਸਾਡਾ ਮਨ ਪੀਲਾਪਨ ਹੈ, ਜੇ ਚੂਨੇ ਵਿੱਚ ਰਲਾ ਦੇਵਾਂਗੇ ਅਤੇ ਲਾਲ ਰੰਗ ਦਾ ਭਾਵ ਭਗਤੀ ਭਰਿਆ ਹੋ ਜਾਏਗਾ। ਅਤੇ ਜਦੋਂ ਇਸੇ ਪ੍ਰਕਾਰ ਲਾ ਦਿੱਤਾ ਜਾਂਦਾ ਹੈ ਅਤੇ ਪਰਮੇਸ਼ਰ ਦੀ ਕਿਰਪਾਮਈ ਸਰੂਪ, ਉਹਦਾ ਬੰਦਗੀ ਸਰੂਪ ਜਦੋਂ ਸਿਫਤ ਸਲਾਹ ਦੇ ਨਾਲ ਨਿਰਮਲ ਹੋ ਜਾਂਦਾ ਹੈ, ਤਾਂ ਫਿਰ ਸਾਰੇ ਜਿਹੜੇ ਨਿਮਨ ਭਾਵ ਹਨ ਉਹ ਮਨ ਦੇ ਵਿਸਰ ਜਾਂਦੇ ਹਨ ਅਤੇ ਜੀਵਨ ਰੱਬੀ ਉਚਾਈ ਵਾਲਾ ਬਣ ਜਾਂਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸਲੋਕਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ, ਨਵਾਜਿਸ਼ ਕਰਕੇ ਨਿਹਾਲ ਕਰਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਭਗਤ ਸਾਹਿਬਾਨ ਜੀ ਕਿਰਪਾ ਕਰਨ, ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਲੋਕਾਂ ਦਾ ਚਿੰਤਨ ਅਤੇ ਸਲੋਕਾਂ ਦੇ ਭਾਵ ਅਨੁਸਾਰ ਸਾਰਿਆਂ ਦੀ ਕਰਮਸ਼ੀਲਤਾ ਬਣ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸਲੋਕਾਂ ਦੀ ਲੜੀਵਾਰ ਕਥਾ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਸੇਵਾ ਰੂਪ ਦੇ ਵਿੱਚ, ਵਿਚਾਰ ਰੂਪ ਦੇ ਵਿੱਚ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।